सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਮਣੀਪੁਰ ਦੀਆਂ ਘਟਨਾਵਾਂ ਨੂੰ ਲਗਭਗ 3 ਮਹੀਨੇ ਪੂਰੇ ਹੋਣ ਚੱਲੇ ਆ ਤੇ ਉਹਨਾਂ ਘਟਨਾਵਾਂ ਦੇ ਬਾਰੇ ਨਾ ਤਾਂ ਦਿੱਲੀ ਦੀ ਸਰਕਾਰ ਤੇ ਨਾ ਹੀ ਮਣੀਪੁਰ ਦੀ ਸਰਕਾਰ ਨੇ ਅਜਿਹਾ ਕੁਝ ਕੀਤਾ ਹੈ ਜਿਸ ਨਾਲ ਉੱਥੇ ਸਾਰੀ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕੇ। ਪਰ ਇਹ ਜ਼ਰੂਰ ਹੈ ਕਿ ਨਾ ਤਾਂ ਪ੍ਰਧਾਨ ਮੰਤਰੀ ਨੇ ਉਹਦੇ ਬਾਰੇ ਕੋਈ ਖੁੱਲ ਕੇ ਗੱਲ ਕੀਤੀ ਹੈ। ਸਿਰਫ ਇੱਕ ਦਿਨ 36 ਸੈਕਿੰਡ ਉਹਨਾਂ ਨੇ ਜੋ ਵੀ ਕਿਹਾ ਉਸ ਘਟਨਾਵਾਂ ਦੇ ਬਾਰੇ ਕਿ ਉਹ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਆਖਰਕਾਰ ਸੁਪਰੀਮ ਕੋਰਟ ਨੂੰ ਹੀ ਜਿਹੜਾ ਸੂਓ ਮੋਟੋ ਜਿਹੜਾ ਉਸਦਾ ਲੈਣਾ ਪਿਆ ਔਰ ਬਕਾਇਦਾ ਹੁਣ ਸੁਪਰੀਮ ਕੋਰਟ ਦੇ ਵਿੱਚ ਪਿਛਲੇ 2 ਦਿਨਾਂ ਤੋਂ ਸੁਣਵਾਈ ਜਿਹੜੀ ਹੋਈ ਹੈ ਔਰ ਉਸ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਜਿਸ ਢੰਗ ਦੇ ਨਾਲ ਉਸ ਸਥਿਤੀ ਨੂੰ ਲਿਆ ਔਰ ਸੀਬੀਆਈ ਨੂੰ ਉਸ ਦੀ ਜਾਂਚ ਕਰਨ ਤੋਂ ਰੋਕਿਆ ਤੇ ਇਹ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਆਪ ਇਸ ਦੀ ਜਾਂਚ ਕਰਾਏਗੀ, ਕਮੇਟੀ ਬਣਾਏਗੀ, ਉਹ ਕਮੇਟੀ ਇਸ ਦੀ ਜਾਂਚ ਕਰੇਗੀ। ਤਾਂ ਇਸ ਸਥਿਤੀ ਦੇ ਵਿੱਚ ਉਹ ਲੜਕੀਆਂ ਜਿਨ੍ਹਾਂ ਨਾਲ ਉੱਥੇ ਜਿਸ ਤਰ੍ਹਾਂ ਦਾ ਦੁਰਵਿਵਹਾਰ ਹੋਇਆ ਔਰ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ, ਉਹਨਾਂ ਖੁਦ ਵੀ ਆਣ ਕੇ ਸੁਪਰੀਮ ਕੋਰਟ 'ਚ ਆਪਣੀ ਵਿਥਿਆ ਜਿਹੜੀ ਹੈ ਉਹ ਸੁਣਾਈ ਹੈ। ਤੇ ਇਹ ਸਾਰੇ ਦੇ ਸਬੰਧ ਦੇ ਵਿੱਚ ਜੋ ਸਾਰੇ ਦੇਸ਼ ਦੇ ਅੰਦਰ ਸਥਿਤੀ ਬਣੀ ਹੈ ਤੇ ਜੋ ਜਿਹੜੇ ਵੱਖ-ਵੱਖ ਜਿਹੜੀਆਂ ਔਰਤ ਸੰਗਠਨ ਹੈ ਉਹਨਾਂ ਨੇ ਇਸ ਸਬੰਧ ਦੇ ਵਿੱਚ ਜਿਸ ਢੰਗ ਦੇ ਨਾਲ ਸਰਗਰਮੀ ਦਿਖਾਈ ਹੈ, ਉਹ ਸਾਰੀ ਜਿਹੜੀ ਸਥਿਤੀ ਹੈ ਉਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਕਿ ਹੁਣ ਜਿਹੜੀ ਇਸ ਵੇਲੇ ਹਾਲਤ ਹੈ ਉਹ ਕਿੱਧਰ ਨੂੰ ਜਾ ਰਹੀ ਹੈ ਤੇ ਸੁਪਰੀਮ ਕੋਰਟ ਨੇ ਬਕਾਇਦਾ ਕੇਂਦਰ ਸਰਕਾਰ ਨੂੰ ਕਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਤੇ ਆਉਣ ਵਾਲੇ ਸਮੇਂ 'ਚ ਇਹ ਕੀ ਹੋਰ ਰੁਖ ਅਖਤਿਆਰ ਕਰ ਸਕਦੀ ਹੈ ਸਥਿਤੀ। ਇਹ ਸਾਰੀ ਗੱਲ ਨੂੰ ਅਸੀਂ ਅੱਜ ਆਪਣੀ ਚਰਚਾ 'ਚ ਲਾਵਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਮੈਡਮ ਕਮਲਜੀਤ ਕੌਰ ਢਿੱਲੋਂ, ਜਿਹੜੇ ਕਿ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮਨ ਦੇ ਸੈਕਟਰੀ ਨੇ ਤੇ ਪਿਛਲੇ ਲੰਮੇ ਸਮੇਂ ਤੋਂ ਔਰਤਾਂ ਦੇ ਮਾਮਲਿਆਂ ਨੂੰ ਲੈ ਕੇ, ਔਰਤਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਆ ਤੇ ਉਹਨਾਂ ਦੀ ਜਿਹੜੀ ਫੈਡਰੇਸ਼ਨ ਹੈ ਵੂਮਨਸ ਫੈਡਰੇਸ਼ਨ, ਉਸ ਦੀ ਇੱਕ ਟੀਮ ਬਕਾਇਦਾ ਜਿਹੜੀ ਹੈ ਉਹ ਮਣੀਪੁਰ ਜਾ ਕੇ ਮੌਕੇ ਦੇ ਉੱਤੇ ਹਾਲਾਤ ਦਾ ਜਾਇਜ਼ਾ ਲੈ ਕੇ ਵੀ ਆਈ ਹੈ ਤੇ ਉਸ ਟੀਮ ਨੇ ਉੱਥੇ ਕੀ ਦੇਖਿਆ ਅਸੀਂ ਉਹਨਾਂ ਤੋਂ ਇਹ ਵੀ ਜਾਣਨਾ ਚਾਹਾਂਗੇ ਤੇ ਜੋ ਕੁਝ ਹੁਣ ਸੁਪਰੀਮ ਕੋਰਟ ਨੇ ਕਿਹਾ ਹੈਗਾ, ਹੁਕਮ ਦਿੱਤਾ ਹੈ, ਆਦੇਸ਼ ਦਿੱਤੇ ਹੈ, ਉਸ ਦੇ ਬਾਰੇ ਉਹਨਾਂ ਦੀ ਕੀ ਰਾਏ ਹੈ ਤੇ ਸਰਕਾਰ ਦੀ ਜਿਹੜੀ ਚੁੱਪੀ ਸੀ ਉਸ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ। ਇਹ ਸਾਰੀ ਸਥਿਤੀ ਦੇ ਉੱਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ। ਮੈਡਮ ਕਮਲ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੰਡੂ ਜੀ, ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ। ਤੇ ਅਸੀਂ ਜਿਹੜੀ ਮਣੀਪੁਰ ਦੀ ਮੈਂ ਗੱਲ ਸ਼ੁਰੂ ਕੀਤੀ ਹੈ ਜੀ ਕਿ ਮਣੀਪੁਰ 'ਚ ਜੋ ਕੁਝ ਵਾਪਰਿਆ ਔਰ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਉਸ ਦਾ ਨੋਟਿਸ ਲੈ ਕੇ ਉਸ ਦੇ ਉੱਤੇ 2 ਦਿਨ ਸੁਣਵਾਈ ਕੀਤੀ ਹੈ, ਇਹ ਸਾਰੇ ਦੇ ਬਾਰੇ ਤੁਹਾਡਾ ਕੀ ਕਹਿਣਾ? ਜੰਡੂ ਜੀ, ਪਹਿਲੀ ਗੱਲ ਤੇ ਇਹ ਹੈ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਪਰ ਸਾਨੂੰ ਇੰਨੀ ਕੁ ਹੁਣ ਤਸੱਲੀ ਹੋਈ ਹੈ ਕਿ ਸੁਪਰੀਮ ਕੋਰਟ ਨੇ 20 ਜੁਲਾਈ ਨੂੰ ਇਸ ਦਾ ਜਿਹੜਾ ਹੈ ਨੋਟਿਸ ਲਿਆ ਔਰ ਇੰਟਰਵੀਨ ਕੀਤਾ। ਇਹ ਇੱਕ ਜਿਹੜੀ ਸਾਡੀ ਉੱਥੋਂ ਦੀ ਸਰਕਾਰ ਹੈ ਜਾਂ ਸੈਂਟਰ ਦੀ ਸਰਕਾਰ ਹੈ, ਉਹਦੇ ਲਈ ਇੱਕ ਬਹੁਤ ਵੱਡਾ ਸਬਕ ਹੈ ਕਿ ਉਹ ਫੇਲ ਹੋ ਚੁੱਕੀ ਹੈ। ਮੈਂ ਇਸ ਗੱਲ ਨੂੰ ਜਿਹੜੀ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਇਆ, ਉਹਨਾਂ ਨੇ ਕਿੰਨੀ ਤਫਸੀਲ ਦੇ ਵਿੱਚ ਇਹ ਗੱਲ ਕੀਤੀ, ਕੁਐਸਚਨ ਕੀਤੇ ਔਰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਨਿਗਲੀਜੈਂਸੀ ਹੈ ਸਟੇਟ ਗਵਰਨਮੈਂਟ ਆਫ ਮਣੀਪੁਰ ਦੀ ਤੇ ਸੈਂਟਰ ਸਰਕਾਰ ਦੀ, ਕਿਉਂਕਿ ਸਾਰਾ ਕੁਝ ਜਿਹੜਾ ਸੈਂਟਰ ਦਾ ਜਿਹੜਾ ਉੱਥੇ ਹੋ ਰਿਹਾ ਉਹ ਸੈਂਟਰ ਦੀ ਪੈਟਰਨਾਈਜੇਸ਼ਨ ਹੇਠਾਂ ਹੀ ਹੋ ਰਿਹਾ। ਇਹ ਕਿਤੇ ਵੀ ਨਹੀਂ ਹੋ ਸਕਦਾ ਕਿ 2 ਮਹੀਨੇ ਲਗਭਗ 3 ਮਹੀਨੇ ਹੋਣ ਵਾਲੇ ਹੈ, 2.5 ਮਹੀਨੇ ਹੋ ਗਏ ਆ, ਕਿਉਂਕਿ 3 ਮਈ ਨੂੰ ਇਹ ਘਟਨਾ ਵਾਪਰਦੀ ਹੈ। 3 ਮਹੀਨੇ ਹੋ ਹੀ ਚੱਲੇ, 1-2 ਦਿਨ ਦਾ ਫਰਕ ਹੈ। ਹਾਂਜੀ, ਤੇ ਇਸ ਕਰਕੇ ਆਲਮੋਸਟ 3 ਮਹੀਨਿਆਂ ਦਾ ਜਿਹੜਾ ਇਹ ਦੇ ਵਿੱਚ ਅੱਜ ਵੀ ਕੱਲ ਵੀ ਹਜੇ ਉੱਥੇ ਜਿਹੜੀਆਂ ਸਾਡੀਆਂ ਮਹਿਲਾ ਫੈਡਰੇਸ਼ਨ ਦੀਆਂ ਔਰਤਾਂ ਨੇ ਉਹਨਾਂ ਨਾਲ ਗੱਲ ਹੋਈ ਤੇ ਅਜੇ ਵੀ ਉੱਥੇ ਗੋਲਾਬਾਰੀ ਹੋ ਰਹੀ ਹੈ, ਉੱਥੇ ਅਜੇ ਵੀ ਬੰਦੂਕ ਦਾ ਕਲਚਰ ਚੱਲ ਰਿਹਾ। ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਔਰ ਬਹੁਤ ਵੱਡਾ ਇੱਕ ਏਜੰਡਾ ਹੈ। ਮੈਂ ਉੱਥੇ ਗੱਲ ਫੇਰ ਆਨੀ ਆ ਕਿ 20 ਜੁਲਾਈ ਜਦੋਂ ਇਹ
ਵੀਡੀਓ ਵਾਇਰਲ ਹੁੰਦੀ ਹੈ, ਉਸ ਤੋਂ ਪਹਿਲਾਂ ਸਾਰੇ ਲੋਕਾਂ ਨੂੰ ਪਤਾ ਸੀ, ਮੀਡੀਆ ਨੂੰ ਵੀ ਪਤਾ ਸੀ ਕਿ ਉੱਥੇ ਕੀ ਕੁਝ ਬਰਬਰਤਾ ਹੋਈ ਹੈ। ਇਹ ਸਾਰੀ 1 ਮਹੀਨਾ 1.5 ਮਹੀਨੇ ਤੋਂ ਬਾਅਦ ਅਸੀਂ ਜਿਹੜਾ ਹੈ ਭਾਰਤੀ ਮਹਿਲਾ ਫੈਡਰੇਸ਼ਨ ਨੇ ਇਹ ਫੈਸਲਾ ਕੀਤਾ ਕਿ ਸਾਡਾ ਇੱਕ ਵਫਦ ਉੱਥੇ ਜਾਣਾ ਚਾਹੀਦਾ। ਔਰ ਇਹ ਬੜੀ ਸਟ੍ਰੇਂਜ ਗੱਲ ਸੀ ਕਿ 28 ਜੂਨ ਤੱਕ ਇੱਕ ਵੀ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ, ਇੱਕ ਵੀ ਜਿਹੜਾ ਹੈ ਜਥੇਬੰਦੀ, ਕੋਈ ਵੀ ਉੱਥੇ ਜਿਹੜੀ ਆ ਨਹੀਂ ਪਹੁੰਚੀ। 29 ਜੂਨ ਨੂੰ ਰਾਹੁਲ ਗਾਂਧੀ ਉੱਥੇ ਪਹੁੰਚੇ, ਜਿਸ ਨੂੰ ਰੋਕਿਆ ਵੀ ਗਿਆ। ਫਿਰ ਬਾਅਦ ਦੇ ਵਿੱਚ ਉਹ ਉਹਨਾਂ ਦੇ ਜਿਹੜੇ ਰਾਹਤ ਕੈਂਪਾਂ ਦੇ ਵਿੱਚ ਗਏ। ਮੈਂ ਥੋੜਾ ਜਿਹਾ ਭਾਰਤੀ ਮਹਿਲਾ ਫੈਡਰੇਸ਼ਨ ਦੀ ਗੱਲ ਇਸ ਕਰਕੇ ਕਰਨਾ ਚਾਹਨੀ ਹਾਂ ਕਿ ਜਦੋਂ ਉਹ 28 ਤੋਂ 1 ਜੂਨ ਤੱਕ, 28 ਜੂਨ ਤੋਂ ਲੈ ਕੇ 1 ਜੁਲਾਈ ਤੱਕ ਉੱਥੇ ਰਹੀਆਂ, ਉਹ ਬਿਸ਼ਨਪੁਰਾ, ਜਿਹੜਾ ਹੈ ਚੁਰਚਾਂਦਪੁਰ ਤੇ ਈਸਟ ਮਨੀਪੁਰ ਤੇ ਸਾਊਥ ਮਨੀਪੁਰ ਦੇ ਵਿੱਚ ਗਏ। ਔਰ ਉਹਨਾਂ ਨੇ ਜਿਹੜੀ, ਕਿਉਂਕਿ ਉਸ ਤੋਂ ਬਾਅਦ ਆ ਕੇ ਅਸੀਂ 3 ਜੁਲਾਈ ਨੂੰ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ, ਪ੍ਰੈਸ ਕਲੱਬ ਦਿੱਲੀ ਦੇ ਵਿੱਚ। ਉੱਥੇ 28 ਕੋਈ 30 ਦੇ ਕਰੀਬ ਪੱਤਰਕਾਰ ਆਏ, ਪਰ ਮੇਨ ਜਿਹੜਾ ਗੋਦੀ ਮੀਡੀਆ, ਜਿਹੜਾ ਮੇਨ ਸਟ੍ਰੀਮ ਦਾ ਮੀਡੀਆ ਉੱਥੇ ਨਹੀਂ ਆਇਆ। ਪਰ ਉਹਦੇ ਵਿੱਚ ਜਿਹੜੀ ਰਿਪੋਰਟ ਉਹਨਾਂ 3 ਔਰਤਾਂ ਨੇ, ਇੱਕ ਸੁਪਰੀਮ ਕੋਰਟ ਦੀ ਸਾਡੀ ਐਡਵੋਕੇਟ ਆ ਯੰਗ ਲੜਕੀ, ਔਰ ਦੂਸਰੀ ਇੱਕ ਮੇਰੀ ਸਾਥੀ ਮਹਿਲਾ ਫੈਡਰੇਸ਼ਨ ਦੀ ਸੈਕਟਰੀ ਹੈ ਨਿਸ਼ਾ ਸਿੱਧੂ, ਤੇ ਜਨ ਸੈਕਟਰੀ ਐਨੀ ਰਾਜਾ, ਇਹ ਤਿੰਨਾਂ ਦਾ ਵਫਦ ਸੀ। ਉਹ ਰਾਤ ਸ਼ਿਵਰਾਂ 'ਚ ਵੀ ਗਏ, ਉਹ ਕੁੱਕੀ ਮਹਿਲਾਵਾਂ ਨੂੰ ਵੀ ਮਿਲੇ, ਉਹਨਾਂ ਦੇ ਮੀਡੀਆ ਸੈਂਟਰ 'ਚ ਵੀ ਗਏ, SDMs ਨੂੰ ਵੀ ਮਿਲੇ, DCs ਨੂੰ ਵੀ ਮਿਲੇ, ਵੱਡੀ ਪੱਧਰ ਤੇ ਔਰਤਾਂ ਤੇ ਬੱਚਿਆਂ ਨੂੰ ਮਿਲੇ। ਉਹ ਜਿਹੜੀ ਉਹਨਾਂ ਦੀ ਰਿਪੋਰਟ ਆ, ਉਹ ਇੱਕ ਵੱਖਰੇ ਵਿਸ਼ੇ ਤੇ ਵੱਖਰੇ ਸਾਡੇ ਐਪੀਸੋਡ ਜਿਹੜਾ ਅਸੀਂ ਜੇ ਕਰੀਏ ਤੇ ਉਹਦੀ ਵੱਖਰੀ ਮੰਗ ਕਰਦੀ ਹੈ। ਪਰ ਉਹਨਾਂ ਨੇ ਜਿਹੜਾ ਮੋਟਾ ਜਿਹੜਾ ਉਹਨਾਂ ਨੇ ਗੱਲ ਕੀਤੀ 3 ਜੁਲਾਈ ਨੂੰ, ਉਹੀ ਸਵਾਲ ਸਾਨੂੰ ਅੱਜ ਇਸ ਗੱਲ ਕਰਕੇ ਥੋੜੀ ਜਿਹੀ ਤਸੱਲੀ ਹੈ ਕਿ ਉਹੀ ਸਵਾਲ ਜਿਹੜੇ ਨੇ, ਉਹੀ ਜਿਹੜੇ ਜਵਾਬ ਮੰਗਦੇ ਸਵਾਲ ਨੇ, ਉਹ CJI ਸਾਡੀ ਸੁਪਰੀਮ ਕੋਰਟ ਨੇ ਕੀਤੇ। ਉਹਨਾਂ ਦੀ ਜਿਹੜੀ ਖੰਡਪੀਠ ਸੀ 3 ਜੱਜਾਂ ਦੀ, ਜਿਹੜੀ ਉਹਨਾਂ ਨੇ ਉਹੀ ਕੀਤੇ। ਅਸੀਂ ਵੀ ਉਦੋਂ ਇਹ ਗੱਲ ਕਹਿ ਰਹੇ ਸੀ, ਕਿਉਂਕਿ ਸਾਡੀਆਂ ਔਰਤਾਂ ਦੇਖ ਕੇ ਆਈਆਂ ਔਰ ਉਹਨਾਂ ਦੇ ਇਹੀ ਕਿਹਾ ਕਿ ਲਾ ਐਂਡ ਆਰਡਰ ਕੁਛ ਨਹੀਂ ਹੈ ਉੱਥੇ। ਜਿਹੜਾ ਹੈ ਪ੍ਰਾਈਵੇਟ ਵੈਪਨਸ, ਉਹ ਕਿਵੇਂ ਪਹੁੰਚੇ ਉੱਥੇ? ਉੱਥੇ ਜਿਹੜਾ ਔਰਤਾਂ, ਉਹ ਉਹਨਾਂ ਔਰਤਾਂ ਨੂੰ ਵੀ ਮਿਲ ਕੇ ਆਈਆਂ, ਕਿਉਂਕਿ ਜਦੋਂ CJI ਇਹ ਕਹਿ ਰਿਹਾ ਕਿ ਉਹ 2 ਔਰਤਾਂ ਦਾ ਮਸਲਾ ਨਹੀਂ ਹੈ, ਤੇ 3 ਜੁਲਾਈ ਦੀ ਪ੍ਰੈਸ ਮੀਟ ਦੇ ਵਿੱਚ ਉਹਨਾਂ ਨੇ ਆ ਕੇ ਕਿਹਾ ਕਿ ਇੱਕ ਉੱਥੇ ਬਹੁਤ ਸਾਰੀਆਂ ਔਰਤਾਂ ਦੇ ਨਾਲ ਜਿਹੜਾ ਦੁਰਵਿਵਹਾਰ ਹੋਇਆ, ਉਹਨਾਂ ਦੀ ਮੋਲਸਟੇਸ਼ਨ ਹੋਈ। ਪਰ ਕਿਉਂਕਿ ਔਰਤਾਂ ਨੇ ਉਸ ਦਿਨ ਯੈਸ ਉਹਨਾਂ ਨੂੰ ਬੜੇ ਟੇਢੇ ਢੰਗ ਨਾਲ ਕੀਤੀ ਕਿ ਹਾਂ ਸਾਡੇ ਨਾਲ ਜਿਹੜਾ ਹੈ ਮਤਾਈ, ਉਹ ਕੁੱਕੀ ਔਰਤਾਂ ਨੇ ਕਿਹਾ ਕਿ ਸਾਡੇ ਨਾਲ ਮਤਾਈ ਜਿਹੜਾ ਹੈ ਮਰਦਾਂ ਨੇ ਜਿਹੜਾ ਹੈ ਯੌਨ ਸ਼ੋਸ਼ਣ ਕੀਤਾ, ਔਰ ਉਸੇ ਤਰ੍ਹਾਂ ਵਾਈਸ ਵਰਸਾ ਜਿਹੜਾ ਹੈ ਮਤਾਈ ਔਰਤਾਂ ਨੇ ਕਿਹਾ। ਸੋ ਇਹ ਸਾਰੀ ਚੀਜ਼ ਜਿਹੜੀ ਹੈ, ਇਹਦੀ ਜਿਹੜੀ ਇਹਦਾ ਜਿਹੜੇ ਗਰਭ ਦੇ ਵਿੱਚ ਪਏ ਹੋਏ ਕਾਰਨ ਹੈ, ਉਹ ਬਹੁਤ ਵੱਡੇ ਨੇ। ਤੇ ਸਾਡਾ ਸਵਾਲ ਉਸ ਦਿਨ ਵੀ ਅਸੀਂ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਜਦੋਂ ਜਿਸ ਦਿਨ ਸਾਡੀਆਂ ਔਰਤਾਂ ਉੱਥੇ ਸਨ, ਉੱਥੇ ਇੱਕ ਸਿਰ ਵੱਢਿਆ ਹੋਇਆ ਇੱਕ ਵਿਅਕਤੀ ਦਾ ਸਿਰ ਤੇ ਲਾਸ਼, ਉਹ ਉਹਨਾਂ ਨੇ ਉਹਨਾਂ ਦੇ ਸਾਹਮਣੇ ਉਹ ਨਿਕਲ ਰਹੇ ਸੀ, ਤੇ ਜਿਹੜਾ ਚੀਫ ਮਿਨਿਸਟਰ ਸੀ ਉਹਦੇ ਦਰਵਾਜ਼ੇ ਦੇ ਬੂਹੇ ਤੇ ਰੱਖੀ, ਉਹ ਫਿਰ ਵੀ ਘਰ ਚੋਂ ਬਾਹਰ ਨਹੀਂ ਨਿਕਲਿਆ। ਉੱਥੇ ਅਜੇ ਵੀ ਬਹੁਤ ਸਾਰੇ ਮੋਰਚਰੀ ਦੇ ਵਿੱਚ ਜਿਹੜੇ ਹੈ ਉਹ ਸ਼ਵ ਪਏ ਹੋਏ ਨੇ, ਜਿਨ੍ਹਾਂ ਦਾ ਹਜੇ ਆਪਣਾ ਸੰਸਕਾਰ ਕਰਨਾ ਬਾਕੀ ਹੈ। ਔਰ 2 ਔਰਤਾਂ ਐਸੀਆਂ, ਕੁੜੀਆਂ ਐਸੀਆਂ ਸਨ ਯੰਗ, ਜਿਨ੍ਹਾਂ ਨੂੰ ਉਹਨਾਂ ਨੇ ਚੱਕਿਆ ਔਰ ਚੱਕ ਕੇ ਉਹਨਾਂ ਨਾਲ ਯੌਨ ਸ਼ੋਸ਼ਣ ਕੀਤਾ, ਫਿਰ ਉਹਨਾਂ ਨੂੰ ਛੋਟਾ ਕੱਟ ਕੇ ਆ ਰਿਹਾ। ਉਹਦੀ ਮਾਂ ਤੇ ਉਹਦੇ ਜਿਹੜਾ ਹੈ ਉਹਦੀ ਮਾਸੀ ਸੀ, ਕਜ਼ਨਸ, ਉਹਨਾਂ ਨੂੰ ਉਹ ਮਿਲ ਕੇ ਆਏ। ਜਿਹੜੀ ਸਰਕਾਰ ਨੇ ਉੱਥੇ ਪਹੁੰਚਾਣੀ ਸੀ ਰਾਹਤ, ਉਹਦੇ ਵਿੱਚ ਉਹ ਸਮਾਜ ਸੇਵੀ ਸੰਸਥਾਵਾਂ ਨੇ ਥੋੜੀ ਰਾਹਤ ਪਹੁੰਚਾਈ। ਮੈਡੀਕਲ ਦੀ ਬਹੁਤ ਬੁਰੀ ਹਾਲਤ ਹੈ, ਬੱਚੇ ਜਿਹੜੇ 2 ਔਰਤਾਂ ਉਹਨਾਂ ਨੂੰ ਮਿਲੇ ਜਿਨ੍ਹਾਂ ਦੇ ਬੱਚੇ ਰਾਤ ਸ਼ਿਵਰਾਂ 'ਚ ਹੋਏ, ਔਰ ਸਾਰੇ ਕੁੱਕੀ ਤੇ ਮਤਾਈ ਮਹਿਲਾਵਾਂ ਇਹ ਗੱਲ ਕਹਿਣਾ ਚਾਹੁੰਦੀਆਂ ਕਿ ਅਸੀਂ ਆਪਣੇ ਘਰਾਂ ਨੂੰ ਵਾਪਸ ਪਰਤਣਾ ਚਾਹੁੰਦੇ ਹਾਂ। ਪਰ ਘਰਾਂ ਨੂੰ ਵਾਪਸ ਪਰਤਣਾ ਇੰਨਾ ਮੁਸ਼ਕਲ ਹੈ ਕਿ ਉਹਨਾਂ ਨੂੰ, ਇੱਕ ਔਰਤ ਉਹਨਾਂ ਨੂੰ ਮਿਲੀ ਜਿਹੜੀ 3 ਦਿਨ ਜੰਗਲ ਦੇ ਵਿੱਚ ਭੱਜ ਗਈ, ਔਰ ਉਸਨੇ ਦਰਖਤ ਦੇ ਉੱਤੇ ਬੈਠ ਕੇ ਆਪਣਾ ਜਿਹੜਾ ਹੈ, ਜਦੋਂ ਉਸਨੂੰ ਲੱਗਿਆ ਕਿ ਨਹੀਂ ਹੁਣ ਫਾਇਰਿੰਗ ਘਟ ਗਈ ਹੈ, ਤੇ ਫਿਰ ਉਹ ਵਾਪਸ ਆਈ। ਸੋ ਇਸ ਤਰੀਕੇ ਦੇ ਨਾਲ ਜਿਹੜੀ ਵੈਲੀ ਹੈ ਜਿੱਥੇ ਜ਼ਿਆਦਾ ਮਤਾਈ ਰਹਿ ਰਹੇ ਨੇ, ਸਾਡੀ ਜਿਹੜੀ ਵੂਮਨ ਫੈਡਰੇਸ਼ਨ ਹੈ ਉਹਦੀ ਬਹੁਤ ਵੱਡਾ ਸੰਗਠਨ ਜਿਹੜਾ ਹੈ ਉਹ ਮਨੀਪੁਰ ਦੇ ਵਿੱਚ ਹੈ, ਜਿਸ ਜਿਹੜਾ ਕੁੱਕੀ ਮਹਿਲਾਵਾਂ ਵੀ ਸਾਡੀਆਂ ਮੈਂਬਰ ਨੇ, ਮਤਾਈ ਵੀ ਨੇ।
ਤੇ ਮਨੀਪੁਰ ਦੇ ਵਿੱਚ ਜਿਵੇਂ ਈਮਾ ਮਾਰਕੀਟ ਹੈ, ਜਿਹੜੀਆਂ ਔਰਤਾਂ ਹੀ ਚਲਾਉਂਦੀਆਂ ਨੇ, ਉਹਦੇ ਵਿੱਚ ਬਹੁਤ ਵੱਡਾ ਸੰਗਠਨ ਹੈ ਔਰਤਾਂ ਦਾ। ਸੋ ਔਰਤ, ਜੇ ਵੈਸੇ ਦੇਖਿਆ ਜਾਏ ਇਤਿਹਾਸਿਕ ਤੌਰ ਤੇ ਔਰਤਾਂ ਦੀ ਵੱਡੀ ਮੂਵਮੈਂਟ ਰਹੀ ਆ 1990 1973, ਜਦੋਂ 73 ਤੋਂ ਲੈ ਕੇ, ਜਦੋਂ ਪਹਿਲਾਂ ਤੇ 1949 ਦੇ ਵਿੱਚ ਸਾਡਾ ਇਹ ਇਹਦਾ ਜਿਹੜਾ ਵੈਸੇ ਵੀ ਹਿੰਦੁਸਤਾਨ ਨਾਲ, ਵੈਸੇ ਵੀ ਕਮਲ ਜੀ ਉੱਥੇ ਕਹਿੰਦੇ ਆ ਕਿ ਸਮਾਜ 'ਚ ਜਿਹੜੀ ਡੋਮੀਨੇਸ਼ਨ ਹੈ ਉਹ ਔਰਤਾਂ ਦੀ ਹੈ। ਹਾਂ, ਔਰ ਉਹਨਾਂ ਦਾ ਇੱਕ ਟ੍ਰਾਈਬ ਹੈ ਜਿਸ ਦੇ ਉੱਤੇ ਜਿਹੜੀ ਹੈਰੀਡਿਟਰੀ ਪ੍ਰਾਪਰਟੀ ਹੈ ਉਹ ਔਰਤ ਦੇ ਉੱਤੇ ਜਿਹੜੀ ਲੱਗਦੀ ਹੈ। ਕੇਵਲ ਮਤਾਈ ਤੇ ਕੁੱਕੀ ਨਹੀਂ ਹੈ, ਕਿਉਂਕਿ ਮੈਨੂੰ ਦੋ ਵਾਰ ਮੈਂ ਮਨੀਪੁਰ ਤੇ ਉਹਨਾਂ ਦੇ ਸੰਗਠਨ ਦੇ ਵਿੱਚ, ਇੱਕ ਜਿਹੜਾ ਸਾਡਾ ਸੰਗਠਨ ਹੈ ਉੱਥੇ ਜਿਹੜੀ ਨੂਪੀ ਲਾਨ ਕਰਕੇ ਇੱਕ ਸੰਗਠਨ ਹੈ, ਤੇ ਸਾਡੇ ਸੰਗਠਨ ਦਾ ਨਾਂ ਹੈ ਨੂਪੀ ਲਾਨ ਮਾਰੂਤ। ਉਹਨਾਂ ਨੇ ਜਿਹੜੀ ਜਦੋਜਹਿਦ ਸੀ 1939 ਦੀ, ਜਿਹੜੀ ਔਰਤਾਂ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਲੜੀ, ਜਿਸ ਦੇ ਵਿੱਚ ਉਹ ਔਰਤ ਦੀ ਜਿਹੜੀ ਪੋਤਰੀ ਸੀ ਉਹ ਸਾਡੀ ਸੰਗਠਨ ਦੀ ਮੈਂਬਰ ਹੈ, ਜਿਹੜੀ ਨੂਪੀ ਲਾਨ, ਜਿਸਨੇ ਜਿਹੜੇ ਚਾਵਲ ਦੇ ਖਿਲਾਫ, ਜਿਹੜਾ ਖਾਸ ਤਰ੍ਹਾਂ ਦਾ ਇੱਕ ਚਾਵਲ, ਮਨੀਪੁਰ ਇੱਕ ਵਿਸ਼ੇਸ਼ ਤਰ੍ਹਾਂ ਦੇ ਚਾਵਲ ਬਲੈਕ ਰਾਈਸ ਦੇ ਕਰਕੇ ਵੀ ਜਾਣਿਆ ਜਾਂਦਾ ਹੈ, ਤੇ ਉੱਥੋਂ ਚਾਵਲ ਜਿਹੜੇ ਅੰਗਰੇਜ਼ ਸੀ ਆਪਣੇ ਭੇਜ ਦਿੰਦੇ ਸਨ ਇੰਗਲੈਂਡ 'ਚ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਚਾਵਲ ਜ਼ਿਆਦਾ ਖਾਂਦੇ ਹੋ, ਇਸ ਕਰਕੇ ਇੱਥੇ ਭੁੱਖ ਮਰੀ ਹੈ। ਜਿਹੜਾ ਉਸ ਤੋਂ ਬਾਅਦ ਬੰਗਾਲ ਦਾ ਕਾਲ ਸ਼ੁਰੂ ਹੁੰਦਾ 1942 'ਚ, ਤੇ ਉਹਨਾਂ ਨੇ ਕਿਹਾ ਨਹੀਂ, ਤੁਸੀਂ ਇੱਥੋਂ ਚਾਵਲ ਐਕਸਪੋਰਟ ਕਰਦੇ ਹੋ, ਇਸ ਦਾ ਕਾਰਨ ਹੈ। ਤੇ ਉਸ ਔਰਤ ਨੇ ਜਾ ਕੇ ਉਸ ਅੰਗਰੇਜ਼ ਜਿਹੜਾ ਸੀਗਾ ਉੱਥੇ ਸੰਬੰਧਿਤ ਜ਼ਿਲ੍ਹੇ ਦਾ ਇੰਚਾਰਜ ਸੀ, ਉਹਨੂੰ ਗਲਮੇ ਤੋਂ ਫੜਿਆ, ਔਰ ਉਹ ਅਜੇ ਵੀ ਉਹਦਾ ਸਟੈਚੂ ਉੱਥੇ ਲੱਗਾ ਹੋਇਆ ਮਨੀਪੁਰ ਦੇ ਵਿੱਚ ਉਸ ਔਰਤ ਦਾ, ਤੇ ਫਿਰ ਉੱਥੋਂ ਉਹਨਾਂ ਦੀ ਮੂਵਮੈਂਟ ਸ਼ੁਰੂ ਹੋਈ। ਇਸੇ ਤਰ੍ਹਾਂ ਹੀ ਵੱਡੀ ਭਾਰੂ ਰੂਪ ਦੇ ਵਿੱਚ ਔਰਤਾਂ ਉੱਥੇ ਜਿਹੜੀ ਹੈ ਇਸ ਦੇ ਵਿੱਚ ਜਿਹੜੀ ਸਾਡੀ ਪੋਲੀਟੀਕਲੀ ਅਵੇਅਰ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਸਾਡਾ ਜਿਹੜਾ ਹੈ ਜੰਡੂ ਜੀ, ਕਿ 53% ਵੈਲੀ ਦੇ ਵਿੱਚ ਲੋਕ ਰਹਿੰਦੇ ਨੇ, ਜਿਹੜਾ ਕਿ ਜੀਓਗ੍ਰਾਫਿਕਲੀ 10% ਏਰੀਆ, ਪਰ ਉਹਨਾਂ ਨੂੰ ਟੋਟਲ ਮਨੀਪੁਰ ਦੇ ਜਿਹੜੀ ਸਾਡਾ GDP ਹੈ ਉਹਦੀਆਂ 90% ਸਹੂਲਤਾਂ ਮਿਲਦੀਆਂ ਨੇ। ਜਿਹੜਾ 90% ਇਲਾਕਾ ਹੈ, 80% ਜਾਂ 90% ਦੇ ਕਰੀਬ ਜਿਹੜਾ ਇਲਾਕਾ ਹੈ, ਉਹ ਹੈ ਵੈਲੀ, ਜਿਹੜਾ ਸਾਡਾ ਮਾਊਂਟੇਨਸ ਨੇ, ਜਾਂ ਜਿਹੜੀਆਂ ਹੈ ਸਾਡਾ ਜਿਹੜਾ ਹੈ ਜਿਸ ਨੂੰ ਅਸੀਂ ਕਹਿੰਦੇ ਆ ਹਿਲੀ ਏਰੀਆ, ਤੇ ਉਹਦੇ ਜਿਹੜੀਆਂ ਨੇ ਸਟੈਪੀਜ਼ ਨੇ, ਥੋੜਾ ਜਿਹੜਾ ਸੈਮੀ ਹਿਲੀ ਏਰੀਆ। ਸੋ ਉੱਥੇ ਮਿਨਰਲਸ ਵੀ ਨੇ, ਉੱਥੇ ਸਾਡੀਆਂ ਬਹੁਤ ਜ਼ਿਆਦਾ ਜਿਹੜਾ ਹੈ ਖਣਿਜ ਪਦਾਰਥ ਸਾਰੇ ਨੇ। ਉਹਦੇ ਵਿੱਚ ਜਿਹੜੇ ਸਾਡੇ 40% ਸਾਡੇ ਜਿਹੜੇ ਨੇ ਕੁਕੀਜ਼ ਰਹਿੰਦੇ ਨੇ, ਫਿਰ ਨਾਗਾਜ਼ ਨੇ। ਇਸ ਤੋਂ ਬਿਨਾ ਸਾਡੇ ਜਿਹੜੇ ਨੇ ਬਹੁਤ ਸਾਰੇ ਲੋਕ, ਸਾਡੀਆਂ ਔਰਤਾਂ ਨੇ ਉਹ ਚਰਚ ਦੇਖੇ ਜਿਹੜੇ ਕੋਈ 300 ਦੇ ਕਰੀਬ ਚਰਚ ਢਾਏ ਹੋਏ ਸਨ। ਮਤਲਬ ਇਹ ਬਾਅਦ ਦੇ ਵਿੱਚ ਗਿਣਤੀ ਆਈ, ਪਰ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਚਰਚ ਜਿਹੜੇ ਢਾਏ, ਕਿਉਂਕਿ ਜਦੋਂ ਚਰਚ ਦੇ ਉੱਤੇ ਵੀ ਹਮਲੇ ਹੋਏ। ਸੋ ਇਹ ਸਾਰੀ ਬਰਬਰਤਾ ਦੀ ਜਿਹੜੀ ਗੱਲ ਹੈ, ਇਹਦੇ ਉੱਤੇ ਜਦੋਂ ਅਸੀਂ ਨੋਟਿਸ ਕਰ ਰਹੇ ਹਾਂ ਕਿ ਔਰਤਾਂ ਇਸ ਦਾ ਸਭ ਤੋਂ ਵੱਡਾ ਸ਼ਿਕਾਰ ਹੋਈਆਂ ਨੇ, ਕਿਉਂਕਿ ਇਹ ਪੈਟਰੀਆਰਕਲ ਮਾਈਂਡਸੈਟ ਹੈ ਸਮੁੱਚੇ ਹਿੰਦੁਸਤਾਨ ਦੇ ਵਿੱਚ, ਤੇ ਇਹਨੂੰ ਪੈਟਰਨਾਈਜ਼ ਕੀਤਾ ਗਿਆ ਸਟੇਟ ਗਵਰਨਮੈਂਟ ਵੱਲੋਂ ਔਰ ਸੈਂਟਰ ਗਵਰਨਮੈਂਟ ਵੱਲੋਂ। ਕਿਉਂਕਿ ਉੱਥੇ ਜਿਹੜੇ ਹਥਿਆਰ ਹੈ ਕਾਮਨ ਮੈਨ ਦੇ ਕੋਲੇ ਕਿਵੇਂ ਆਏ, ਉੱਥੇ ਕਿਸ ਤਰ੍ਹਾਂ ਬੰਦੂਕ ਜਿਹੜੀ ਫਾਇਰਿੰਗ ਹੋ ਰਹੀ ਹੈ, ਉੱਥੇ ਘੱਟੋ ਮਤਲਬ 50,000 ਦੇ ਕਰੀਬ ਪੈਰਾਮਿਲਟਰੀ ਫੋਰਸਿਸ ਨੇ ਉੱਥੇ। ਉੱਥੋਂ ਦੀ ਅਸਾਮ ਜਿਹੜੀ ਸਾਡੀ ਜਿਹੜੀ ਰਾਈਫਲਸ ਹੈ ਉਹ ਉੱਥੇ ਹੈ, ਉਹਨਾਂ ਦੀ ਲੋਕਲ ਪੁਲਿਸ ਉੱਥੇ ਹੈ, ਤੇ ਜਿਹੜੀ ਕਰੋੜ ਦੀ ਆਬਾਦੀ ਵੀ ਨਹੀਂ ਹੈ ਉਸ ਸਟੇਟ ਦੀ। ਜੀ ਹਾਂਜੀ, ਜਿਹੜੇ ਉਹਦੇ ਚ ਅਸੀਂ ਦੇਖਦੇ ਹਾਂ ਕਿ ਹੁਣ ਇਹ ਸਾਰੇ ਚੀਜ਼ ਦਾ ਜਿਹੜਾ ਹੈ ਸੁਪਰੀਮ ਕੋਰਟ ਨੇ ਨੋਟਿਸ ਲਿਆ, ਔਰ ਬਕਾਇਦਾ ਜਿਹੜੀਆਂ ਕੁੜੀਆਂ ਪੀੜਤ ਨੇ ਦੋ, ਉਹਨਾਂ ਨੇ ਉੱਥੇ ਆਣ ਕੇ ਪੇਸ਼ ਹੋ ਕੇ ਆਪਣੇ ਬਿਆਨ ਵੀ ਸਾਰੇ ਦਰਜ ਕਰਾਇਆ। ਔਰ ਸੁਪਰੀਮ ਕੋਰਟ ਨੇ ਜਿਹੜੀ ਗੱਲ ਤੁਸੀਂ ਕਹਿ ਰਹੇ ਆ, ਇਹ ਵੀ ਗੱਲ ਕਹਿਤੀ ਕਿ ਉੱਥੇ ਕਾਨੂੰਨ ਵਰਗੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਤਾਂ ਸੋ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਤੁਹਾਡੀ ਜਥੇਬੰਦੀ ਕੀ ਉੱਥੇ ਹਾਂ ਸੋਚ ਰਹੀ ਹੈ, ਕੀ ਕਰ? ਜੀ, ਪਹਿਲੀ ਗੱਲ ਤੇ ਇਹ ਹੈ ਕਿ ਮੈਂ ਤੁਹਾਨੂੰ ਇਹ ਥੋੜਾ ਦਰਜ ਕਰਾਉਣਾ ਚਾਹਨੀ ਆ ਕਿ ਜਦੋਂ 3 ਤਰੀਕ ਨੂੰ ਅਸੀਂ ਉੱਥੇ ਪ੍ਰੈਸ ਕਾਨਫਰੰਸ ਕੀਤੀ, ਤੇ ਸਾਡੀਆਂ ਤਿੰਨਾਂ ਔਰਤਾਂ ਦੇ ਉੱਤੇ 8 ਜੁਲਾਈ ਨੂੰ ਬਹੁਤ ਸੰਗੀਨ ਧਾਰਾਵਾਂ ਦੇ ਨਾਲ FIR ਕਰ ਦਿੱਤੀ ਗਈ ਕਿ ਤੁਸੀਂ ਉੱਥੇ ਲਾ ਐਂਡ ਆਰਡਰ ਦੀ ਪਰਿਸਥਿਤੀ ਖਰਾਬ ਕੀਤੀ, ਤੁਸੀਂ ਉੱਥੇ ਜਿਹੜਾ ਹੈ ਮਹਿਲਾਵਾਂ ਨੂੰ ਜਿਹੜਾ ਹੈ ਇਨਸਟੀਗੇਟ ਕੀਤਾ, ਜਦੋਂ ਕਿ ਉਹਨਾਂ ਨੇ ਉੱਥੇ ਕੋਈ ਐਸੀ ਸਟੇਟਮੈਂਟ ਨਹੀਂ ਦਿੱਤੀ। ਉਹ ਬਰਾਬਰ ਕੁੱਕੀ ਔਰਤਾਂ ਨੂੰ ਵੀ ਮਿਲੀਆਂ, ਬੱਚਿਆਂ ਨੂੰ ਵੀ ਮਿਲੀਆਂ, ਰਾਤ ਸ਼ਿਵਰਾਂ 'ਚ ਗਏ, ਉਹ ਸਿਰਫ ਸਥਿਤੀ ਦਾ ਜਾਇਜ਼ਾ ਲੈਣ ਗਈਆਂ, ਤੇ ਆਪਣੀਆਂ ਜਥੇਬੰਦੀ ਦੀਆਂ ਔਰਤਾਂ ਨੂੰ ਵੀ ਮਿਲੀਆਂ,
ਤੇ ਈਵਨ ਕਿ ਉਹ ਚੀਫ ਮਿਨਿਸਟਰ ਨੂੰ ਵੀ ਮਿਲਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਡੀਸੀਜ਼ ਨੂੰ ਜਿਹੜੇ ਮਿਲੇ। ਹੁਣ ਜਿਹੜੀ ਸਾਡੀ ਪਰਸੋਂ ਹੀ ਜਿਹੜੀ ਸਾਡੀਆਂ ਔਰਤਾਂ ਦੀ ਇੱਕ ਜਥੇਬੰਦੀ ਦੀ ਜਿਹੜੀ ਸਾਡੀ ਪ੍ਰਧਾਨ ਹੈ, ਉਹ ਸਾਖੀ ਉਸਦਾ ਨਾਮ ਹੈ, ਉਹ ਉਸਨੇ ਕੁੱਕੀ ਤੇ ਜਿਹੜੀਆਂ ਸਾਡੀਆਂ ਮਹਿਤਾਈ ਔਰਤਾਂ ਦੀ ਸਾਡੀ ਜਥੇਬੰਦੀ ਦੀ ਮੈਂਬਰਸ਼ਿਪ ਆ ਉਹਨਾਂ ਨੂੰ ਇਕੱਠਾ ਕੀਤਾ ਇੰਫਾਲ ਦੇ ਵਿੱਚ, ਤੇ ਉਹਨਾਂ ਨੂੰ ਕਿਹਾ ਕਿ ਸਾਨੂੰ ਪਹਿਲਾਂ ਸ਼ਾਂਤੀ ਬਹਾਲੀ ਦਾ ਇੱਕ ਜਿਹੜਾ ਦੋਨਾਂ ਕਮਿਊਨਿਟੀ ਦੇ ਵਿੱਚ। ਹੁਣ ਜੰਡੂ ਜੀ ਕੀ ਹੈ ਕਿ ਉੱਥੇ ਵਿਸ਼ਵਾਸ ਨਹੀਂ ਰਿਹਾ, ਜਿਹੜਾ 3 ਮਹੀਨੇ ਦੇ ਵਿੱਚ ਇੱਕ ਪੂਰੇ ਦਾ ਪੂਰਾ ਇੱਕ ਜਿਹੜੀਆਂ ਸਾਡੀਆਂ ਉੱਥੋਂ ਦੀਆਂ ਔਰਤਾਂ ਨੇ ਦੱਸਦੀਆਂ ਨੇ, ਉਹ ਕਹਿੰਦੀਆਂ ਕਿ ਇੱਕ ਪੂਰੇ ਏਜੰਡੇ ਤਹਿਤ ਇਹ ਸਾਰਾ ਕੁਝ ਹੋਇਆ, ਦੋਨਾਂ ਕਮਿਊਨਿਟੀ ਦੇ ਵਿੱਚ ਨਫ਼ਰਤ ਪੈਦਾ ਕੀਤੀ ਗਈ। ਜਦੋਂ ਕਿ ਉੱਥੇ ਜਿਹੜਾ ਵੈਲੀ ਦੇ ਵਿੱਚ ਵੀ ਕੁੱਕੀਜ਼ ਰਹਿ ਰਹੇ ਨੇ, ਪਰ ਜ਼ਿਆਦਾ ਕਰਕੇ ਕੁੱਕੀ ਜਿਹੜੇ ਨੇ ਉਹ ਹਿਲੀ ਏਰੀਆ ਦੇ ਵਿੱਚ ਰਹਿ ਰਹੇ ਨੇ। ਸੋ ਇਸ ਕਰਕੇ ਉਹਨਾਂ ਦੇ ਵਿੱਚ ਪਹਿਲਾਂ ਤਾਂ ਵਿਸ਼ਵਾਸ ਬਹਾਲੀ ਦੀ ਗੱਲ ਹੈ, ਸ਼ਾਂਤੀ ਬਹਾਲੀ ਦੀ ਗੱਲ ਹੈ, ਫਿਰ ਨਾਲ ਦੀ ਨਾਲ ਜਿਹੜੀਆਂ ਵਿਕਟਮ ਔਰਤਾਂ ਨੇ ਉਹਨਾਂ ਨੂੰ ਇਮੀਡੀਏਟ ਰਾਹਤ ਦੇਣ ਦੀ ਗੱਲ ਹੈ। ਇਸ ਕਰਕੇ ਸਾਡੀ ਆਰਗੇਨਾਈਜੇਸ਼ਨ ਨੇ ਉੱਥੇ ਕੁਝ ਰਾਹਤ ਕੈਂਪ ਤਾਂ ਪਹਿਲਾਂ ਤੋਂ ਹੀ ਚਲਾ ਰਹੀਆਂ ਨੇ ਜਿਹੜੇ, ਪਰ ਉਹਨਾਂ ਨੇ ਕੁਝ ਗਰੁੱਪ ਬਣਾਏ ਨੇ ਜਿਹੜੇ ਸਾਰੇ ਜਿਹੜੇ ਮਿਲੇ ਜੁਲੇ ਨੇ, ਮੈਤੀ ਵੀ ਨੇ ਤੇ ਕੁੱਕੀ ਔਰਤਾਂ ਵੀ ਨੇ, ਜਿਹੜੀਆਂ ਇੱਕ ਦੂਸਰੇ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਗੱਲ ਇਹ ਹੈ ਕਿ ਜਿਹੜਾ ਕੁਝ % ਲੋਕ ਨੇ ਜਿਨ੍ਹਾਂ ਨੂੰ ਹਥਿਆਰ ਦਿੱਤੇ ਗਏ ਹੈ, ਉਹ ਕਹਿੰਦੇ ਜੀ ਬਾਰਡਰ ਪਾਰ ਜਿਹੜਾ ਮਿਆਂਮਾਰ ਦਾ ਬਾਰਡਰ ਹੈ, ਕਿਉਂਕਿ ਰੋਹਿੰਗੀਆ ਵੀ ਉੱਥੋਂ, ਉਹ ਕਹਿੰਦੇ ਜੀ ਜਿਹੜੇ ਉੱਥੇ ਇੱਕ ਬਹੁਤ ਛੋਟੀਆਂ ਸਮੱਸਿਆਵਾਂ ਨੇ, ਰੋਹਿੰਗੀਆ ਦੀ ਸਮੱਸਿਆ, ਨਾਗਾ ਦੀ ਸਮੱਸਿਆ ਹੈ, ਉਸਦੇ ਨਾਲ ਫਿਰ ਇੱਕ ਛੋਟੀਆਂ ਮਾਈਨੋਰਟੀਜ਼ ਨੇ ਜਿਹੜੀਆਂ ਜਿਹੜੇ ਹੋਰ ਜਿਹੜੇ ਨੇ, ਜਿਸ ਤਰ੍ਹਾਂ ਅਸੀਂ ਕ੍ਰਿਸਚੀਅਨ ਦੀ ਗੱਲ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਜਿਹੜੇ ਨੇ ਛੋਟੇ ਘਟਕ ਦਲ ਨੇ ਉੱਥੇ, ਤੇ ਉਹਨਾਂ ਦੀਆਂ ਵੀ ਪ੍ਰੋਬਲਮ ਬਹੁਤ ਸਾਰਾ ਨੇ। ਕੇਵਲ ਅਸੀਂ ਦੋ ਜਿਹੜੇ ਸਾਡੀਆਂ ਕਮਿਊਨਿਟੀਜ਼ ਨੇ, ਅਸੀਂ ਦੋ ਰੇਸਿਸ ਦੀ ਗੱਲ ਨਹੀਂ ਕਰ ਰਹੇ, ਉੱਥੇ ਸਾਨੂੰ ਦੂਜਿਆਂ ਨੂੰ ਵੀ ਐਡਰੈਸ ਕਰਨਾ ਪਏਗਾ। ਸੋ ਸਾਡੀਆਂ ਔਰਤਾਂ ਨੇ ਇਹ ਗੱਲ ਕੀਤੀ ਕਿ ਅਸੀਂ ਉੱਥੇ ਜਾ ਕੇ ਰਾਹਤ ਸ਼ਿਵਰਾਂ ਨੂੰ ਵੀ ਅਸੀਂ ਉਹਦੇ ਵਿੱਚ ਸਮਾਨ ਪਹੁੰਚਾਉਣਾ ਹੈ। ਉੱਥੇ ਮੈਡੀਕਲ ਬਿਲਕੁਲ ਨਹੀਂ ਹੈ ਰਾਹਤ ਸ਼ਿਵਰਾਂ ਦੇ ਵਿੱਚ, ਕੋਈ ਬਾਹਰ ਘਰਾਂ ਤੋਂ ਬਾਹਰ ਨਹੀਂ ਨਿਕਲਦਾ, ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪਿੰਡ ਦੇ ਵਿੱਚ ਫਿਰ ਉੱਥੇ ਇਕੱਠੇ ਹੋ ਕੇ ਆਪਣਾ ਉਹਦਾ ਕਰਦੇ ਨੇ, ਰਾਖੀ ਕਰਦੇ ਨੇ। ਪਰ ਨਾਲ ਦੀ ਨਾਲ ਉਹ ਕਹਿੰਦੇ ਨੇ ਕਿ ਅਸੀਂ ਮਿਲੀਟੈਂਟ ਜਿਹੜੇ ਸੈਪਰੇਟ ਨਹੀਂ ਆ, ਸੈਪਰੇਸ਼ਨ ਜਿਹੜੀ ਹੈ, ਸੈਪਰੇਟ ਪਾਰਟੀ ਨਹੀਂ, ਅਸੀਂ ਮਿਲੀਟੈਂਟ ਆ, ਅਸੀਂ ਆਪਣੀ ਜਿਹੜੀ ਲੈਂਡ ਨੂੰ ਬਚਾਉਣਾ ਹੈ। ਕੁੱਕੀ ਕਹਿ ਰਹੇ ਨੇ ਅਸੀਂ ਆਪਣੀ ਲੈਂਡ ਨੂੰ ਬਚਾਉਣਾ, ਮੈਤਾਈ ਕਹਿ ਰਹੇ ਨੇ ਅਸੀਂ ਆਪਣੀ ਲੈਂਡ ਨੂੰ। ਹੁਣ ਇੱਥੇ ਜਿਹੜਾ ਇੰਟਰਵੀਨ ਕਰਨਾ ਸੀ ਉਹ ਸੈਂਟਰ ਸਰਕਾਰ ਨੇ ਕਰਨਾ ਸੀ। ਜਿਸ ਦਿਨ ਅਮਿਤ ਸ਼ਾਹ ਗਿਆ ਉੱਥੇ, ਉਸਤੇ ਹੋਮ ਮਿਨਿਸਟਰ ਜਾ ਰਿਹਾ ਤੇ ਬਰਾਬਰ ਫਾਇਰਿੰਗ ਹੋ ਰਹੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਜਾਣਕਾਰੀ 'ਚ ਨੇ। ਜਿਹੜਾ ਚੀਫ ਮਿਨਿਸਟਰ ਅਜੇ ਤੱਕ ਜਿਸ ਦੀ ਡਿਮਾਂਡ ਜਿਹੜੀ ਹੈ 25 ਤਾਰੀਖ ਨੂੰ ਨਾਰਥ ਈਸਟ ਵੂਮਨ ਆਰਗੇਨਾਈਜੇਸ਼ਨ ਇੱਕ ਉੱਥੇ ਹੈ ਜਿਸ ਦੇ ਵਿੱਚ ਸਾਡੀਆਂ ਔਰਤਾਂ ਵੀ ਨੇ, ਉਹ 25 ਜੁਲਾਈ ਨੂੰ ਰਾਸ਼ਟਰਪਤੀ ਨੂੰ ਜਿਹੜੀ ਹੈ ਮੈਡਮ ਮੁਰਮੂ ਨੂੰ ਮਿਲਣ ਦੇ ਲਈ ਗਈਆਂ, ਪਰ ਉਹਨਾਂ ਨੂੰ ਉਹਦੇ ਅੰਦਰ ਰਾਸ਼ਟਰਪਤੀ ਭਵਨ ਦੇ ਜਾਣ ਨਹੀਂ ਦਿੱਤਾ ਗਿਆ। ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਪਹਿਲਾਂ ਉੱਥੇ ਸ਼ਾਂਤੀ ਬਹਾਲੀ ਹੋਵੇ, ਫਾਇਰਿੰਗ ਬੰਦ ਹੋਏ, ਫਿਰ ਸਾਡੇ ਜਿਹੜੀਆਂ ਔਰਤਾਂ ਦੇ ਉੱਤੇ ਜ਼ੁਲਮ ਹੋਏ ਨੇ ਉਹਨਾਂ ਦੇ ਉੱਤੇ ਮਰਹਮ ਲਗਾਉਣ ਦੇ ਲਈ ਇੱਕ ਉਹਨਾਂ ਦੀ ਕੋਈ ਗੱਲ ਉੱਥੇ ਸੁਣੀ ਨਹੀਂ ਗਈ ਰਾਸ਼ਟਰਪਤੀ ਭਵਨ 'ਚ, ਨਾ ਕੋਈ ਨਹੀਂ, ਮੈਮੋਰੈਂਡਮ ਲਿਆ ਗਿਆ, ਉਹਨਾਂ ਨੂੰ ਐਂਟਰ ਹੀ ਨਹੀਂ ਕਰਨ ਦਿੱਤਾ ਗਿਆ। ਹੁਣ ਜੰਡੂ ਜੀ ਜਿਹੜੀ ਸਾਡੀ ਸੁਸਾਇਟੀ ਦੇ, ਸਿਵਲ ਸੁਸਾਇਟੀ ਦੇ ਸਮਝਣ ਵਾਲੀ ਗੱਲ ਹੈ, ਜਿਹੜੀ ਗੱਲ ਅਸੀਂ ਕਹਿੰਦੇ ਹਾਂ ਕਿ ਔਰਤਾਂ ਦੀ ਗੱਲ ਔਰਤਾਂ ਸੁਣਨੀਆਂ, ਰਾਸ਼ਟਰਪਤੀ ਵੀ ਇੱਕ ਔਰਤ ਹੈ, ਉਹ ਵੀ ਆਦੀਵਾਸੀ ਏਰੀਏ ਦੇ ਵਿੱਚੋਂ ਬਿਲੋਂਗ ਕਰਦੀ ਹੈ। ਉਹ ਵੀ ਜਿਹੜੀ ਹੈ ਉਹਨਾਂ ਔਰਤਾਂ ਨੂੰ ਜਿਹੜੀਆਂ ਸਾਡੀਆਂ ਆਦੀਵਾਸੀ ਨੇ, ਵਨਵਾਸੀ ਨੇ, ਉਹਨਾਂ ਨੂੰ ਜਦੋਂ ਰਿਪਰੈਜ਼ੈਂਟ ਕਰ ਰਹੀ ਆ, ਉਹਨਾਂ ਦੇ ਦੁੱਖਾਂ ਨੂੰ ਉਹ ਬੜੀ ਚੰਗੀ ਤਰ੍ਹਾਂ ਜਾਣਦੀ ਹੈ, ਪਰ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ। ਇਹ ਚਾਹੇ ਕੋਈ ਔਰਤ ਹੈ ਜਾਂ ਮਰਦ ਹੈ, ਉਹ ਇੱਕ ਰਾਜਨੀਤੀ ਦੇ ਤਹਿਤ ਕੰਮ ਕਰ ਰਿਹਾ ਤੇ ਇਹ ਰਾਜਨੀਤੀ ਦਾ ਏਜੰਡਾ ਜਿਹੜਾ ਸੈਪਰੇਸ਼ਨ ਦਾ, ਕਿਉਂਕਿ ਮਤਈ ਜ਼ਿਆਦਾ ਵੈਸ਼ਨਵ ਤੇ ਹਿੰਦੂ ਨੇ ਔਰ ਉਹਨਾਂ ਨੂੰ ਬਹੁਤ ਜ਼ਿਆਦਾ ਹਥਿਆਰ, ਇਹ ਕਿਹਾ ਜਾਂਦਾ ਕਿ ਉਹਨਾਂ ਨੂੰ ਬਹੁਤ ਹਥਿਆਰ ਮਿਲੇ, ਤੇ ਇਹ ਇੱਕ ਪੂਰੇ ਦਾ ਪੂਰਾ ਜਿਹੜਾ ਹਿੰਦੂਇਜ਼ਮ ਦਾ ਏਜੰਡਾ ਜਿਹੜਾ ਹੈ ਉਹ ਉੱਥੇ ਲਾਗੂ ਕਰਨ ਦੇ ਲਈ, ਤੇ ਖਾਸ ਕਰਕੇ ਉਹਨਾਂ ਨੂੰ ਅਲੱਗ ਜਿਹੜੇ ਹੈ ਜਿਸ ਨੂੰ ਅਸੀਂ ਕਹਾਂਗੇ ਕੁੱਕੀ ਕੌਂਸਲ ਤੇ ਮਤਈ ਕੌਂਸਲ, ਉਹਨਾਂ ਨੇ ਸਾਡੀਆਂ ਔਰਤਾਂ ਨੇ ਆ ਕੇ ਕਿਹਾ ਕਿ ਉੱਥੇ ਅਲੱਗ-ਅਲੱਗ ਸੈਪਰੇਟ ਸਟੇਟ ਦੀ ਡਿਮਾਂਡ ਉੱਠਣੀ ਸ਼ੁਰੂ ਹੋ ਗਈ ਹੈ, ਜਿਹੜੀ ਕਿ ਬੀਜੇਪੀ ਗਵਰਨਮੈਂਟ ਦਾ ਇੱਕ ਏਜੰਡਾ ਸੀ। ਤੇ ਇਸ ਤਰੀਕੇ ਦੇ ਨਾਲ ਆਮ ਤੌਰ ਤੇ ਕਮਲਜੀਤ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਈ ਮਾਮਲੇ ਆਉਂਦੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਦੀਆਂ ਜਥੇਬੰਦੀਆਂ ਹੈਗੀਆਂ ਉਹ ਇਕੱਠੀਆਂ ਹੋ ਕੇ
ਦਿੱਲੀ ਵਿੱਚ ਵੀ ਅੱਗੇ ਇਸ ਤਰ੍ਹਾਂ ਦੇ ਡੈਮੋਨਸਟ੍ਰੇਸ਼ਨ, ਮੁਜ਼ਾਹਰੇ, ਧਰਨੇ ਹੁੰਦੇ ਰਹੇ। ਕੀ ਇਸ ਤਰ੍ਹਾਂ ਦਾ ਵੀ ਤੁਹਾਡਾ ਕੋਈ ਪ੍ਰੋਗਰਾਮ ਹੈ ਕਿ ਹੁਣ ਜਿਸ ਤਰ੍ਹਾਂ ਰਾਸ਼ਟਰਪਤੀ ਨੇ ਕੋਈ ਮਿਲਣ ਦੀ ਆਗਿਆ ਨਹੀਂ ਦਿੱਤੀ, ਔਰਤਾਂ ਦਾ ਜਿਹੜਾ ਵਫਦ ਗਿਆ, ਜਦੋਂ ਕਿ ਰਾਸ਼ਟਰਪਤੀ ਖੁਦ ਇੱਕ ਮਹਿਲਾ ਹੈਗੀ ਹੈ, ਤਾਂ ਉਹ ਸਥਿਤੀ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਦਿੱਲੀ ਦੇ ਵਿੱਚ ਵੀ ਕੋਈ ਐਕਸ਼ਨ ਕਰਨ ਦੀ ਲੋੜ ਹੈ? ਨਹੀਂ, 2 ਐਕਸ਼ਨ ਹੋਏ ਨੇ, ਡੈਮੋਨਸਟ੍ਰੇਸ਼ਨ ਜਿਹੜਾ ਹੈ ਅਸੀਂ ਇਕੱਠੇ ਮਿਲ ਕੇ ਕੀਤੇ ਨੇ। ਪਰ ਨਾਲ ਦੀ ਨਾਲ ਹੁਣ ਪਿਛਲੇ ਹਫ਼ਤੇ 7 ਜਥੇਬੰਦੀਆਂ ਦੀ ਇੱਕ ਅਸੀਂ ਮੀਟਿੰਗ ਕੀਤੀ, ਜਿਸ ਦੇ ਵਿੱਚ ਕਿਹਾ ਕਿ ਦੁਬਾਰਾ ਮਣੀਪੁਰ ਜਾਇਆ ਜਾਵੇ। ਦੁਬਾਰਾ ਜਿਹੜਾ ਹੈ, ਕਿਉਂਕਿ ਕੇਵਲ ਮਣੀਪੁਰ ਦਾ ਮੁੱਦਾ ਨਹੀਂ ਰਹਿਣਾ, ਇਸ ਨੂੰ ਜਿਹੜਾ ਇੱਕ ਜਾਤ ਔਰ ਧਰਮ ਦੇ ਨਾਂ ਦੇ ਉੱਤੇ ਜਿਹੜੀ ਅੱਗ ਹੈ, ਉਹ ਉਹਨਾਂ ਨੇ ਹੋਰ ਸੂਬਿਆਂ ਦੇ ਵਿੱਚ ਵੀ ਫੈਲਾਉਣੀ ਹੈ। ਜਿਵੇਂ ਕਿ ਹਰਿਆਣਾ ਦਾ ਇੱਕ ਏਰੀਆ ਹੈ ਨੂਹ, ਜਿਹਦੇ ਵਿੱਚ ਬਹੁਤ ਗਿਣਤੀ ਮੁਸਲਮਾਨ ਰਹਿੰਦੇ ਨੇ, ਜਿਸ ਦੇ ਵਿੱਚ ਜਿਹੜਾ ਹੈ ਅਖਲਾਕ ਦਾ ਸੀ ਨਾ ਇੱਕ ਹੋਰ, ਕਿਉਂਕਿ ਉਹ ਰਾਜਸਥਾਨ, ਹਰਿਆਣਾ ਤੇ ਜਿਹੜਾ ਦਿੱਲੀ ਦੇ ਨਾਲ ਥੋੜਾ ਉਹਦੇ ਨਾਲ ਸਾਡਾ ਜਿਹੜਾ ਹੈ ਗੁੜਗਾਉਂ ਯੂਪੀ ਦਾ ਦੇ ਨਾਲ, ਏਰੀਆ, ਗੁੜਗਾਉਂ ਦੇ ਨਾਲ ਪਰਲੇ ਪਾਸੇ ਏਰੀਆ ਜਿਹੜਾ ਮਵਾਤ ਰਾਜਸਥਾਨ ਦਾ ਮਵਾਤ 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 ਕਹਿੰਦੇ ਆ ਅਸੀਂ, ਤੇ ਨੂਹ ਏਰੀਆ ਹੈ ਉੱਥੇ ਇੱਕ ਜਿਹੜਾ ਮਵਾਤ ਇੱਕ ਜਿਹੜਾ ਕਲਚਰ ਹੈ, ਤੇ ਨੂਹ ਜਿਹੜਾ ਹੈ ਉਹ ਇੱਕ ਜ਼ਿਲ੍ਹਾ ਹੈ, ਖਾਸ ਜ਼ਿਲ੍ਹਾ। ਜ਼ਿਲ੍ਹਾ ਹੈ, ਜਿਹਦੇ ਵਿੱਚ ਜ਼ਿਆਦਾ ਮੁਸਲਮਾਨ ਸਾਡਾ ਭਾਈਚਾਰਾ ਰਹਿ ਰਿਹਾ ਉੱਥੇ। ਹੁਣ ਉਹਦੇ ਵਿੱਚ ਵੀ ਜਿਹੜੀ ਹੈ ਕੁਝ ਬਹੁਤ ਘੱਟ ਗਿਣਤੀ ਹਿੰਦੂ ਹੈ। ਹੁਣ ਉੱਥੋਂ ਦੇ ਇੱਕ ਐਡਵੋਕੇਟ ਨਾਲ ਪਰਸੋਂ ਚੌਥ ਮੇਰੀ ਗੱਲ ਹੋਈ ਕਿ ਤੁਸੀਂ ਬੜੇ ਸੈਂਸਿਟਿਵ ਏਰੀਆ 'ਚ ਰਹਿ ਰਹੇ ਹੋ, ਕਹਿੰਦਾ ਸਾਨੂੰ ਪੂਰਾ ਪਤਾ ਹੈ ਕਿ ਇੱਥੇ ਵੀ ਇੱਕ ਇਹ ਅੱਗ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਸਾਡੀਆਂ ਆਰਗੇਨਾਈਜੇਸ਼ਨ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਘਰ ਘਰ ਜਾ ਕੇ, ਜਿਵੇਂ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਘਰਾਂ ਜਾਣ ਦਾ ਫੈਸਲਾ ਕੀਤਾ ਹੈ। ਮਣੀਪੁਰ ਦੇ ਵਿੱਚ ਦੁਬਾਰਾ ਜਿਹੜਾ ਹੈ ਇੱਕ ਡੈਲੀਗੇਸ਼ਨ ਜਾਏਗਾ, ਜਿਸ ਦੇ ਵਿੱਚ ਜਿਸ ਤਰ੍ਹਾਂ ਐਡਵਾ ਹੈ, ਐਪਵਾ ਹੈ, ਪ੍ਰਗਤੀਸ਼ੀਲ ਵੂਮਨ ਆਰਗੇਨਾਈਜੇਸ਼ਨ ਹੈ, ਅਨਹਦ ਹੈ। ਅਸੀਂ ਪਹਿਲਾਂ ਵੀ 2018 ਦੇ ਵਿੱਚ, ਜਦੋਂ ਅਜੇ ਇਹ ਲੱਗਿਆ ਨਹੀਂ ਸੀਗਾ, 370 ਹਟੀ ਨਹੀਂ ਸੀ, ਉਦੋਂ ਵੀ ਅਸੀਂ ਇੱਕ ਪੀਸ ਮਾਰਚ ਕੀਤਾ ਸੀ, ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ। ਤੇ ਅਸੀਂ ਇਹ ਸੋਚ ਰਹੇ ਹਾਂ ਕਿ ਔਰਤਾਂ ਦੇ ਕੋਲੇ ਜਾ ਕੇ ਪਹਿਲਾਂ ਤਾਂ ਹੀਲਿੰਗ ਟੱਚ ਉਹਨਾਂ ਨੂੰ ਦੇਣ ਦੀ ਲੋੜ ਹੈ, ਉਹਨਾਂ ਨੂੰ ਇਕਨੋਮਿਕਲੀ ਉਹਨਾਂ ਨੂੰ ਪੈਰਾਂ ਤੇ ਖੜੇ ਕਰਨ ਦੀ ਲੋੜ ਹੈ। ਦੂਸਰਾ, ਜਿਹੜੇ ਵਿਕਟਮ ਨੇ, ਜਿਹੜੇ ਸਾਡੇ ਅਕਿਊਜ਼ ਨੇ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਲੋੜ ਹੈ। ਤੁਸੀਂ ਇਹ ਦੇਖੋ ਕਿ ਇਸ ਔਰ ਕੁੜੀ ਦਾ ਮਾਮਲਾ, ਜਿਹੜਾ 2 ਕੁੜੀਆਂ ਦਾ ਮਾਮਲਾ 4 ਮਈ ਦਾ ਅਤੇ 18 ਮਈ ਨੂੰ ਜਾ ਕੇ ਉਹ 1K0 FIR ਕਰਦੇ ਨੇ, ਰਜਿਸਟਰਡ ਕਰਦੇ ਨੇ, ਫਿਰ ਉਹਨਾਂ ਦੀ ਕੋਈ ਇਹ ਗ੍ਰਿਫਤਾਰੀ ਨਹੀਂ। ਜਿਹੜੀ ਤੁਸੀਂ FIR ਦੀ ਗੱਲ ਕਰ ਰਹੇ ਹੋ, ਇਹ FIR ਹੁਣ ਵਾਪਸ ਹੋਈਆਂ ਜਾਂ ਉਹਨਾਂ ਤੇ ਕੇਸ ਚੱਲੇ, ਕੀ ਹੋਇਆ ਇਸ ਦਾ? ਇਸਦਾ ਇਹ ਹੈ ਕਿ ਰੀਸੈਂਟ ਜਿਹੜਾ ਹੈ ਉਹਦੇ ਤੇ ਉਹਨਾਂ ਨੇ ਕੇਸ ਰਜਿਸਟਰਡ ਕਰ ਦਿੱਤੇ ਹੈ। ਕੇਸ ਰਜਿਸਟਰਡ ਕਿਸ ਤੇ ਕੀਤੇ? ਸਿਰਫ ਜਿਹੜਾ ਸਾਰੇ ਜਿਹੜੇ ਮਣੀਪੁਰ ਦੇ ਵਿੱਚ 300 ਲੋਕ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕੇਸ ਰਜਿਸਟਰਡ ਕੀਤੇ। ਜੰਡੂ ਜੀ, ਜਿਹੜੀ ਸਭ ਤੋਂ ਵੱਡੀ ਸਾਡੇ ਸੋਚਣ ਦੀ, ਖਾਸ ਕਰਕੇ ਇੰਟੈਲੀਜੈਂਸੀਆ ਦੇ ਸੋਚਣ ਦੀ ਗੱਲ ਹੈ ਕਿ ਇੱਕ ਪੂਰੇ ਦਾ ਪੂਰਾ ਜਿਹੜਾ ਹੈ ਇੱਕ ਪੂਰੀ ਸਕ੍ਰਿਪਟ ਲਿਖੀ ਹੋਈ ਹੈ, ਜਿਸ ਦੇ ਰਾਹੀਂ ਸਾਡੀ ਜਿਹੜੀ ਹੈ ਪਾੜੋ ਤੇ ਰਾਜ ਕਰੋ ਦੀ ਨੀਤੀ ਜਿਹੜੀ ਹੈ, ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਪੀੜਤ ਨੇ ਉਹ ਔਰਤਾਂ ਨੇ ਤੇ ਬੱਚੇ ਨੇ। ਸੋ ਇਹ ਬੱਚੇ ਹੁਣ ਉੱਥੇ ਜਿਹੜੇ ਜਿਨ੍ਹਾਂ ਦੇ ਪੇਪਰ ਹੋਣੇ ਸਨ, ਉਹ ਰਾਤ ਸ਼ਿਵਰਾਂ 'ਚ ਬੈਠੇ ਨੇ। ਬੱਚੇ ਜਿਹੜੀਆਂ ਔਰਤਾਂ ਨੇ ਕੰਮ ਤੇ ਜਾਣਾ ਸੀ, ਉਹ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਸਾਡੇ ਸਾਰੇ ਜਿਹੜੇ ਦਰਸ਼ਕਾਂ ਨੂੰ, ਕਿ ਜਿੰਨੇ ਸਾਡੇ ਜੱਜ ਸਨ ਕੁੱਕੀ, ਜਿਹੜੇ ਮੈਤਾਈ ਜਿਹੜਾ ਸਾਡਾ ਏਰੀਆ ਹੈ, ਉੱਥੇ ਜ਼ਿਲ੍ਹਾ ਜੱਜ ਸਨ, ਉਹ ਸਾਰੇ ਅਸਤੀਫਾ ਦੇ ਗਏ ਨੇ। ਮਤਲਬ ਇਹ ਇੱਕ ਬਹੁਤ ਵੱਡਾ ਭਿਆਨਕ ਵਰਤਾਰਾ ਹੈ। ਫਿਰ ਉਹਦੇ ਵਿੱਚ ਇਹ ਕਿੱਥੋਂ ਦੇ ਜੱਜ ਜੀ? ਜਿਹੜਾ ਡਿਸਟ੍ਰਿਕਟ, ਜਿਵੇਂ ਚੁਰਾ ਚਾਂਦਪੁਰ ਹੈ, ਬਿਸ਼ਨੂਪੁਰਾ ਹੈ, ਉਹਦੇ ਵਿੱਚ ਜਿਹੜੇ ਡਿਸਟ੍ਰਿਕਟ ਜੱਜ ਸੀ, ਕਾਫੀ ਵੱਡੀ ਗਿਣਤੀ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜੇ ਅਪਾਇੰਟਡ ਸਨ ਮੈਤੀ ਏਰੀਆ ਦੇ ਵਿੱਚ। ਤੇ ਇਹ ਵੀ ਕਿਹਾ ਗਿਆ, ਸਾਡੀਆਂ ਔਰਤਾਂ ਨੇ ਵੀ ਦੱਸਿਆ ਕਿ ਸਾਨੂੰ ਇਹ ਕਿਹਾ ਸੀ ਕਿ ਹੁਣ ਇੱਥੇ NRC ਹੋਣੀ ਹੈ, ਇੱਥੇ ਹੁਣ ਜਨਗਣਨਾ ਹੋਣੀ ਹੈ, ਤੇ ਸਾਰੇ ਮਣੀਪੁਰ ਦੇ ਵਿੱਚ ਉਹਨਾਂ ਨੇ ਇਹ ਪਿਨ ਪੁਆਇੰਟ ਕੀਤਾ ਕਿਹੜੇ ਮੈਤੀ ਘਰ ਨੇ, ਕਿਹੜੇ ਕੁੱਕੀਜ਼ ਘਰ ਨੇ, ਕਿਉਂਕਿ ਇੱਥੇ ਜਿਹੜੀ ਵੈਲੀ ਹੈ ਉਹਦੇ ਵਿੱਚ ਜ਼ਿਆਦਾ ਮੈਤਾਈ ਜਿਹੜੀ ਹੈ ਤੇ ਔਰ ਕੁੱਕੀਜ਼ ਘੱਟ ਨੇ, ਤੇ ਉਸ ਕਰਕੇ ਵੀ 2 ਘਰ ਮੈਤਾਈ ਦੇ ਨੇ, ਉਹ ਨਹੀਂ ਸੜੇ, ਇੱਕ ਕੁੱਕੀ ਦਾ ਘਰ ਸੜ ਗਿਆ ਹੈ। ਫਿਰ ਇਹ ਜਿਹੜਾ ਹੈ ਪੂਰੀ ਦੀ ਪੂਰੀ ਜਿਹੜੀ ਇੱਕ ਪ੍ਰੀ ਪਲਾਨਡ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ। ਹੁਣ ਜਿਹੜੀਆਂ ਔਰਤਾਂ 2-3 ਸ਼ਾਮਲ ਸਨ ਉਸ ਜਿਹੜਾ 3 ਮਈ ਦਾ ਜਿਹੜਾ ਪੀਸ ਮਾਰਚ ਸੀ, ਉਹ ਕਹਿੰਦੇ ਸੀ, ਕਿਉਂਕਿ ਗੱਲ ਤੇ ਸ਼ੁਰੂ ਹੋਈ ਹੈ ਨਾ ਕਿ ਮੈਤਾਈ ਨੂੰ ਜਿਹੜਾ ਹੈ ਉਹਨਾਂ ਨੇ ST ਦੇ ਵਿੱਚ ਸ਼ਾਮਲ ਕਰਕੇ ਜਿਹੜਾ ਡਿਸੀਜਨ ਆਇਆ, ਉਸ ਤੋਂ ਬਾਅਦ ਇਹ ਗੱਲ ਹੋਈ
ਤੇ ਉਹਦੇ ਵਿੱਚ ਜਿਹੜੀਆਂ ਕਈ ਜਿਹੜੇ ਕੁਕੀ ਲੋਕ ਸਨ ਉਹਨਾਂ ਨੇ ਇੱਕ ਵੈਲੀ ਦੇ ਵਿੱਚ ਪੀਸ ਮਾਰਚ, ਉਹ ਕਹਿ ਰਹੇ ਨੇ ਕਿ ਅਸੀਂ ਪੀਸ ਮਾਰਚ ਕੀਤਾ, ਉਹਦੇ ਉੱਤੇ ਅਟੈਕ ਹੋਇਆ। ਹੁਣ ਇੱਕ ਗੱਲ ਇਹ ਹੈ ਕਿ ਕੀ ਕੁਕੀ ਆਪਣੇ ਉੱਤੇ ਅਟੈਕ ਕਰਾਂਗੇ ਜਾਂ ਕੁਕੀ ਜਿਹੜਾ ਹੈ ਉਹ ਆਪਣੀਆਂ ਔਰਤਾਂ ਦਾ ਕਰਨਗੇ। ਉਹ ਮਹਿਤਾਈ ਜਿਹੜੇ ਨੇ ਉਹ ਕਹਿੰਦੇ ਨੇ ਸਾਡੀਆਂ ਔਰਤਾਂ ਦਾ ਵੀ ਹੋਇਆ। ਸਾਡੀ ਡਿਮਾਂਡ ਇੱਕ ਮਹਿਲਾ ਫੈਡਰੇਸ਼ਨ ਦੀ ਇਹ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਮਹਿਲਾ ਸੰਗਠਨ ਸ਼ਾਮਲ ਹੋਣ, ਜਿਹਦੇ ਵਿੱਚ ਪੁਲਿਸ ਵੀ ਸ਼ਾਮਲ ਹੋਏ, ਪਰ ਉੱਥੋਂ ਦੀ ਪੁਲਿਸ ਸ਼ਾਮਲ ਨਾ ਹੋਏ। ਪਰ ਹੁਣ ਤਾਂ ਕਮਲਜੀਤ ਜੀ, ਹੁਣ ਉਹਨਾਂ ਨੇ ਸੁਪਰੀਮ ਕੋਰਟ ਨੇ ਇਸ ਗੱਲ ਦਾ ਅਨਾਉਂਸ ਕਰਤਾ ਕਿ ਉਹ ਖੁਦ ਜਾਂਚ ਕਰਾਉਣਗੇ। ਜੀ ਜੀ, ਇਹ ਬਹੁਤ ਅੱਛੀ ਗੱਲ ਹੈ, ਜਿਸ ਦੇ ਵਿੱਚ ਅੱਜ ਹੀ ਮੈਂ ਸੁਣ ਰਹੀ ਸੀ ਕਿ CGI ਨੇ ਉੱਥੋਂ ਦੇ DGP ਨੂੰ ਬੁਲਾਇਆ 7 ਅਗਸਤ ਨੂੰ। ਸੋ ਇਹ ਚੀਜ਼ਾਂ ਮਤਲਬ ਬਿਲਕੁਲ ਤਰੀਕੇ ਨਾਲ ਉਹਨੇ ਗੱਲ, ਜਿਹੜੇ ਜੇ ਅਸੀਂ ਉਹਨਾਂ ਦੀਆਂ ਸਟੇਟਮੈਂਟ ਤੇ ਜਾਈਏ ਤੇ ਉਹਨਾਂ ਨੇ ਕਿਹਾ ਉੱਥੇ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਹੈ, ਇਹ ਕਿਸ ਤਰੀਕੇ ਦੇ ਨਾਲ ਹੋ ਰਿਹਾ ਫਾਇਰਿੰਗ, ਤੇ ਸਟੇਟ ਗਵਰਨਮੈਂਟ ਕਿੱਥੇ ਹੈ। ਉਹਨੇ ਕਿਹਾ ਕਿ ਪੂਰੀ ਤਰ੍ਹਾਂ ਜਿਹੜੀ ਹੈ ਫੇਲ ਹੋ ਚੁੱਕੀ ਗਵਰਨਮੈਂਟ ਹੈ। ਸੋ ਇਹਦੇ ਨਾਲ ਜਿਹੜਾ ਸਾਡਾ ਪੂਰੇ ਦਾ ਪੂਰਾ ਉੱਥੇ ਭਾਈਚਾਰੇ ਦੇ ਵਿੱਚ ਡਿਵੀਜ਼ਨ, ਜਿਹੜੀ ਕਿ ਪਹਿਲਾਂ ਇਸ ਤਰ੍ਹਾਂ ਦੀ ਨਹੀਂ ਸੀ। ਪਹਿਲਾਂ ਜਿਹੜੇ ਨਾਗਾਜ਼ ਲੜ ਰਹੇ ਸਨ, ਵੈਸੇ ਵੀ ਇਹ ਬਾਰਡਰ ਜਿਓਗ੍ਰਾਫਿਕਲੀ ਬਹੁਤ ਸੈਂਸਿਟਿਵ ਬਾਰਡਰ ਹੈ। ਇੱਕ ਪਾਸੇ ਮਿਆਂਮਾਰ ਹੈ, ਚਾਈਨਾ ਹੈ, ਫਿਰ ਸਾਡਾ ਹੋਰ ਜਿਹੜੇ ਬਾਰਡਰ ਲੱਗ ਰਹੇ ਨੇ ਸਾਡੇ, ਤੇ ਇਹਨੂੰ ਇੱਕ ਜਿਹੜਾ ਹੈ ਫਾਈਟ ਦਾ ਇੱਕ ਜਿਹੜੀ ਆਪਣੀ ਹਿੰਦੂ, ਤੇ ਹੁਣ ਉੱਥੇ ਜਿਹੜਾ ਸਾਰਿਆਂ ਤੋਂ ਜ਼ਿਆਦਾ ਵੱਡਾ ਫੈਕਟ ਹੋਇਆ, ਉਹ ਕਹਿੰਦੇ ਕਿ ਜ਼ਿਆਦਾ ਟਾਰਗੇਟ ਜਿਹੜੇ ਈਸਾਈ ਲੋਕਾਂ ਨੂੰ ਬਣਾਇਆ ਗਿਆ, ਜਿਹੜੇ ਕੁਕੀਜ਼ ਦੇ ਵਿੱਚ ਈਸਾਈ ਲੋਕ ਸਨ, ਕਿਉਂਕਿ ਉੱਥੋਂ ਦੀ ਜਿਹੜੀ ਡੈਮੋਗ੍ਰਾਫੀ ਹੈ ਜਾਂ ਉੱਥੋਂ ਦਾ ਇੱਕ ਮਿਕਸਡ ਕਲਚਰ ਹੈ, ਕਿਉਂਕਿ ਉਹਦੀ ਇੱਕ ਟ੍ਰੈਡੀਸ਼ਨ ਹੈ ਕਿ ਉੱਥੇ ਈਸਾਈ ਲੋਕ ਵੀ ਉੱਥੇ ਨੇ, ਕਿਉਂਕਿ ਜਦੋਂ ਅੰਗਰੇਜ਼ ਆਏ ਉਹਨਾਂ ਨੇ ਆਪਣੇ ਮਿਸ਼ਨਰੀ ਉੱਥੇ ਭੇਜੇ, ਉਹਦੇ ਵਿੱਚ ਉੱਥੇ ਮੁਸਲਮਾਨ ਵੀ ਨੇ, ਉੱਥੇ ਜਿਹੜਾ ਹੈ ਇੱਕ ਬੇਸਿਕ ਜਿਹੜੇ ਪਹਿਲਾਂ ਦੇ ਵੈਸ਼ਨਵ ਤੇ ਹਿੰਦੂ ਵੀ ਨੇ। ਸੋ ਮਤਾਈ ਦੇ ਵਿੱਚ ਜ਼ਿਆਦਾ ਹਿੰਦੂ ਲੋਕ ਨੇ। ਸੋ ਇਹ ਸਾਰੀ ਚੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈ ਅਸੀਂ ਜਿਹੜੀ ਸਾਡੀ ਮਹਿਲਾ ਫੈਡਰੇਸ਼ਨ ਆ ਉੱਥੇ ਨੂਪੀਲਾਨ ਮਾਰੂਤ, ਉਹਨੇ ਆਪਣੇ ਆਪਣੇ ਏਰੀਆਜ਼ ਦੇ ਵਿੱਚ ਇੱਕ ਗਰੁੱਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਾਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਨੇ ਕਿਹਾ ਕਿ ਅਜੇ ਵੀ ਕਿਸੇ ਵੀ ਏਰੀਏ ਦੇ ਵਿੱਚ ਬਿਨਾਂ ਫੋਰਸ ਤੋਂ ਜਾਣਾ ਮੁਸ਼ਕਿਲ ਹੈ। ਪਰ ਫੋਰਸ ਜਿਹੜੀ ਹੈ ਉਹ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਉਹ ਸਿਰਫ ਆਪਣੀ ਗਨ ਲੈ ਕੇ ਖੜੀ ਹੈ, ਉਹ ਕੋਈ ਐਕਟ ਨਹੀਂ ਕਰ ਰਹੀ। ਸੋ ਸਥਿਤੀ ਜਿਹੜੀ ਹੈ ਬਹੁਤ ਹੀ ਭਿਆਨਕ ਹੈ, ਖਾਸ ਕਰਕੇ ਔਰਤਾਂ ਦੇ ਲਈ। ਇੱਥੇ ਜਿਹੜਾ ਸਾਡਾ ਸਮਾਂ ਵੀ ਸਮਾਪਤੀ ਵੱਲ ਵਧ ਰਿਹਾ, ਮੇਰਾ ਆਖਰੀ ਸਵਾਲ ਹੈ ਕਿ ਇਹਦੇ ਵਿੱਚ ਮੀਡੀਆ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿ ਉਹਦੀ ਭੂਮਿਕਾ ਕੀ ਰਹੀ? ਜੰਡੂ ਜੀ, ਮੀਡੀਆ, ਤੁਸੀਂ ਇਹ ਕਹੋਗੇ ਕਿ ਕੀ ਮੀਡੀਆ ਨੂੰ 3 ਮਈ ਤੋਂ ਲੈ ਕੇ ਅਸਲ 'ਚ 28 ਅਪ੍ਰੈਲ ਨੂੰ ਕੁਝ ਹਰਕਤਾਂ ਹੋਈਆਂ ਸਨ, ਫਿਰ ਜਿਹੜੀ ਇੱਕ ਇੱਕਾ ਦੁੱਕਾ ਘਟਨਾਵਾਂ ਹੋਈਆਂ ਸਨ 28 ਅਪ੍ਰੈਲ, 27, 28, 29 ਅਪ੍ਰੈਲ ਨੂੰ, ਉਹਦੇ ਰਿਐਕਸ਼ਨ ਦੇ ਵਿੱਚ ਹੀ 3 ਮਈ ਨੂੰ ਜਾ ਕੇ ਉਹਨਾਂ ਨੇ ਇੱਕ ਜਿਹੜਾ ਹੈ ਇਹ ਸਭਾ ਕੀਤੀ। ਤੁਸੀਂ ਇਹ ਦੇਖੋ, ਜਦੋਂ ਸਾਡੀਆਂ ਔਰਤਾਂ ਆ ਕੇ 3 ਜੁਲਾਈ ਨੂੰ ਪੂਰੀ ਰਿਪੋਰਟ ਦੇ ਰਹੀਆਂ ਨੇ, ਕੁਝ ਵੀਡੀਓ ਵੀ ਸ਼ੇਅਰ ਕਰ ਰਹੀਆਂ ਨੇ, ਕੁਝ ਉਹਨਾਂ ਨੇ ਉਹਨਾਂ ਔਰਤਾਂ ਦੀ ਜਿਹੜੀ ਟੈਸਟੀਮਨੀਜ਼ ਹੈ, ਜਿਹੜੇ ਉਹਨਾਂ ਨਾਲ ਗੱਲਾਂ ਕੀਤੀਆਂ, ਉਹਨਾਂ ਦੀ ਗੱਲ ਸਾਡੀਆਂ ਔਰਤਾਂ ਨੇ ਉੱਥੇ ਕੀਤੀ ਮੀਡੀਆ ਦੇ ਸਾਹਮਣੇ, ਤਾਂ ਉਦੋਂ ਤੱਕ ਕਿਸੇ ਵੀ ਮੀਡੀਆ ਗਰੁੱਪ ਵੱਲੋਂ ਇੱਕ ਸਟੇਟਮੈਂਟ ਆ ਰਹੀ ਸੀ, ਲੇਕਿਨ ਉੱਥੋਂ ਦੇ ਹਾਲਾਤ ਬਾਰੇ ਕੁਝ ਨਹੀਂ ਸੀ। ਹੁਣ ਇਹ ਜਿਹੜਾ ਗੋਦੀ ਮੀਡੀਆ ਹੈ, ਜਿਹੜਾ ਇੱਕ ਪੂਰੀ ਤਰੀਕੇ ਦੇ ਨਾਲ ਕੰਟਰੋਲਡ ਮੀਡੀਆ ਹੈ, ਉਹ ਹੁਣ ਬੋਲਣਾ ਸ਼ੁਰੂ ਹੋਇਆ ਹੈ। ਜਿਸ ਦਿਨ 20 ਜੁਲਾਈ ਨੂੰ ਜਿਹੜੀ ਸਾਡੀ ਉਹਨਾਂ 2 ਨੌਜਵਾਨ ਕੁੜੀਆਂ ਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ, ਪਰ ਨਾਲ ਦੀ ਨਾਲ ਜਿਹੜਾ ਇਹ ਮੀਡੀਆ ਦਾ ਬਹੁਤ ਵੱਡਾ ਰੋਲ ਸੀ, ਜੇਕਰ ਉਦੋਂ ਨਾਲ ਦੀ ਨਾਲ, ਕਿਉਂਕਿ ਉਹ ਕੰਟਰੋਲਡ ਸੀ, ਡਰਦਾ ਸੀ, ਤੇ ਉਹ ਪੂਰੀ ਦੀ ਪੂਰੀ ਤਰੀਕੇ ਨਾਲ ਉਹਨਾਂ ਨੇ ਕੀ ਕੀਤਾ ਹੈ, ਮਤਈ ਦਾ ਇੱਕ ਆਪਣਾ ਮੀਡੀਆ ਸੈਂਟਰ ਹੈ, ਜਿਹੜੀਆਂ ਸਾਡੀਆਂ ਔਰਤਾਂ ਉਹਦੇ ਵਿੱਚ ਵੀ ਗਈਆਂ, ਕੁਕੀਜ਼ ਦਾ ਆਪਣਾ ਮੀਡੀਆ ਸੈਂਟਰ ਹੈ, ਜੋ ਕੁਝ ਵੀ ਵਾਪਰ ਰਿਹਾ ਹੈ ਉਹਨਾਂ ਨੇ ਕੁਕੀਜ਼ ਨੇ ਵੀ ਕਾਫੀ ਜਿਹੜਾ ਰਿਕਾਰਡਡ ਕੀਤਾ ਹੈ, ਜਿਹੜੀ ਕੁਝ ਘਟਨਾਵਾਂ ਨੂੰ ਰਿਕਾਰਡ ਕੀਤਾ। ਸੋ ਇਹ ਚੀਜ਼ਾਂ ਜਿਹੜੀ ਹੁਣ CGI ਨੇ, ਖਾਸ ਕਰਕੇ ਸਾਡੀ ਜਿਹੜੀ ਸੁਪਰੀਮ ਕੋਰਟ ਨੇ ਜਿਹੜਾ ਇੰਟਰਵੀਨ ਕੀਤਾ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਤੇ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਵੱਡੀ ਬ੍ਰੌਡਰ ਜਿਹੜੀ ਹੈ ਸੈਂਸਿਟਿਵ ਸਾਈਕੋਲੋਜਿਸਟ ਦੀ, ਸੋਸ਼ਲ ਵਰਕਰਸ ਦੀ, ਜਿਹੜੀਆਂ ਸਾਡੀਆਂ ਵੂਮਨ ਆਰਗੇਨਾਈਜੇਸ਼ਨ ਦੀ, ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਜਾਏ, ਕਿਉਂਕਿ ਉਹ ਔਰਤਾਂ ਗ੍ਰਾਸ ਰੂਟ ਤੇ ਕੰਮ ਕਰਦੀਆਂ। ਉਹ ਹਰ ਇੱਕ ਸਾਡਾ ਜਿਹੜਾ ਹੈ ਹਿੱਲੀ ਏਰੀਆ, ਉਹਦੇ ਵਿੱਚ ਬਹੁਤ ਵੱਡੀ ਦੋ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਸਾਡੀ ਜਿਹੜੀ ਹੈ ਕਾਫੀ ਅੱਛੀ ਜਿਹੜੀ ਆਰਗੇਨਾਈਜੇਸ਼ਨ ਹੈ। ਸੋ ਜਿਸ ਤਰ੍ਹਾਂ ਵੱਡਾ ਰੋਲ ਔਰਤਾਂ ਦਾ ਹੈ, ਉਹ ਅਗਰੈਸਿਵਲੀ ਜਿਹੜੀ ਉੱਥੋਂ ਦੀ ਪੋਲਿਟਿਕਸ, ਉੱਥੋਂ ਦੀ ਜਿਹੜੀ ਸੋਸ਼ਲ ਸੈਟਅਪ ਹੈ, ਖਾਸ ਕਰਕੇ ਉਹਨਾਂ ਦਾ ਟ੍ਰੇਡ ਹੈ, ਉਹਦੇ 'ਚ ਉਹਨਾਂ ਦੀ ਇੰਟਰਵੈਂਸ਼ਨ ਹੈ,
ਤੇ ਔਰਤਾਂ ਨੂੰ ਉਸ ਵਫਦ ਦੇ ਵਿੱਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ, ਜਿਸ ਦੇ ਵਿੱਚ ਸਾਡੇ ਸਮਾਜ ਸੇਵੀ ਵੀ ਹੋਣ, ਸਾਡਾ ਖਾਸ ਕਰਕੇ ਰਿਟਾਇਰਡ ਜੱਜਿਸ ਹੋਣ। ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਅਗਰ ਹੋਏਗਾ ਤੇ ਸਾਨੂੰ ਆਸ ਹੈ ਕਿ ਥੋੜੀ ਬਹੁਤ ਜਿਹੜੀ ਸਾਡੀ ਕਾਫੀ ਜਿਹੜੀ ਹੁਣ ਤੱਕ ਜਾਣਕਾਰੀ ਨਹੀਂ ਮਿਲੀ, ਉਹ ਅੱਛੀ ਸਾਨੂੰ ਉੱਥੋਂ ਦੀ ਸੂਰਤ ਹਾਲ ਵੀ ਸਾਨੂੰ ਪਤਾ ਲੱਗੇਗੀ ਤੇ ਉਹਦੀਆਂ ਰੈਮਡੀਜ਼ ਵੀ ਹੋਣਗੀਆਂ। ਇੱਥੇ ਹੀ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਜਿਸ ਤਰ੍ਹਾਂ ਮੈਡਮ ਕੰਵਲਜੀਤ ਹੋਣਾ ਨੇ ਕਿਹਾ ਹੈ ਕਿ ਅਜੇ ਵੀ ਉੱਥੇ ਜਿਸ ਤਰ੍ਹਾਂ ਦੀ ਸਥਿਤੀ ਹੈ, ਜਿਹੜੀ ਉਹਨਾਂ ਦੀ ਉੱਥੇ ਗੱਲਬਾਤ ਹੋਈ ਆਪਣੇ ਜਿਹੜੀਆਂ ਉਹਨਾਂ ਦੀ ਫੈਡਰੇਸ਼ਨ ਦੇ ਐਕਟਿਵ ਜਿਹੜੀ ਉੱਥੇ ਔਰਤਾਂ ਨੇ ਉਹਨਾਂ ਦੇ ਨਾਲ, ਤੇ ਉਸ ਤੋਂ ਲੱਗਦਾ ਹੈ ਕਿ ਅਜੇ ਵੀ ਉੱਥੇ ਸਥਿਤੀ ਕਾਫੀ ਗੰਭੀਰ ਹੈ। ਭਾਵੇਂ ਕਿ ਸੁਪਰੀਮ ਕੋਰਟ ਨੇ ਉਸ ਦਾ ਨੋਟਿਸ ਲੈ ਕੇ ਜਿਸ ਢੰਗ ਨਾਲ 2 ਦਿਨ ਸੁਣਵਾਈ ਕੀਤੀ ਹੈ, ਤੇ ਜਿਸ ਤਰ੍ਹਾਂ ਉਹ ਪੀੜਤ ਲੜਕੀਆਂ ਨੇ ਉੱਥੇ ਆਣ ਕੇ ਸਾਰੀ ਆਪਣੀ ਵਿਥਿਆ ਸੁਣਾਈ ਹੈ, ਉਸ ਤੋਂ ਲੱਗਦਾ ਹੈਗਾ ਕਿ ਕਿਸ ਤਰ੍ਹਾਂ ਦੀ ਸਥਿਤੀ ਹੈ। ਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਵੀ ਇਹ ਕਹਿਣਾ ਹੈ ਕਿ ਉੱਥੇ ਕਾਨੂੰਨ ਜਿਹੜਾ ਹੈ ਕੰਮ ਨਹੀਂ ਕਰ ਰਿਹਾ ਲੱਗਦਾ। ਇਹ ਸਾਰੀ ਸਥਿਤੀ ਦੇ ਵਿੱਚ ਜਿਹੜੀ ਹੈ, ਜਿਸ ਤਰ੍ਹਾਂ ਜਥੇਬੰਦੀਆਂ ਕੰਮ ਕਰ ਰਹੀਆਂ, ਉਹਨਾਂ ਦਾ ਵੀ ਉਹਨਾਂ ਨੇ ਭੂਮਿਕਾ ਦਾ ਜਿਹੜਾ ਜ਼ਿਕਰ ਕੀਤਾ ਹੈਗਾ ਮੈਡਮ ਕਮਲਜੀਤ ਹੋਣਾ ਨੇ, ਔਰ ਬਕਾਇਦਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਕਿਸ ਤਰ੍ਹਾਂ ਜਿਹੜੀਆਂ ਔਰਤ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਦੇ ਤੇ ਹੋਰ ਵੀ ਅੱਗੇ ਜਿਹੜੀਆਂ ਉਹ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਣਗੀਆਂ, ਔਰ ਉੱਥੇ ਸ਼ਾਂਤੀ ਸਥਾਪਤੀ ਦੇ ਲਈ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਉਹ ਆਪਣੇ ਫੈਸਲੇ ਨਵੇਂ ਲੈਣਗੀਆਂ, ਜਿਹੜੇ ਉਹਨਾਂ ਦੇ ਹੁਣ ਨਵੀਆਂ ਜਿਹੜੀਆਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਇੱਕ ਇਕੱਠੇ ਤੌਰ ਤੇ ਉਹ ਕੰਮ ਕਰਨਗੀਆਂ। ਤਾਂ ਇੱਥੇ ਹੀ ਅਸੀਂ ਆਪਣੀ ਗੱਲ ਨੂੰ ਸਮਾਪਤ ਕਰਦੇ ਹਾਂ, ਔਰ ਅਸੀਂ ਜਿਹੜੇ ਦੋਸਤ ਸਾਡੇ ਨਾਲ ਜੁੜੇ, ਅਸੀਂ ਉਹਨਾਂ ਤੋਂ ਚਾਹਾਂਗੇ ਕਿ ਜੇ ਉਹਨਾਂ ਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਉਹ ਇਸ ਨੂੰ ਲਾਈਕ ਵੀ ਜ਼ਰੂਰ ਕਰਨ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨ, ਤੇ ਜੇ ਉਹਨਾਂ ਦੀ ਇਸ ਗੱਲਬਾਤ ਬਾਰੇ ਕੋਈ ਰਾਏ ਹੋਵੇ, ਕੋਈ ਟਿੱਪਣੀ ਹੋਵੇ, ਤਾਂ ਉਹ ਜ਼ਰੂਰ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਤੇ ਜਾਂ ਸਾਡਾ ਜਿਹੜਾ YouTube ਦਾ ਕਮੈਂਟ ਬਾਕਸ ਆ ਉੱਥੇ ਜਾ ਕੇ ਆਪਣੀ ਟਿੱਪਣੀ ਦਰਜ ਕਰਨ। ਤੁਹਾਡਾ ਧੰਨਵਾਦ ਮੈਡਮ ਕਮਲਜੀਤ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।